ਪੰਜਾਬੀ ਨੈਸ਼ਨਲ ਟੀਵੀ ਦੇ ਪ੍ਰੋਗਰਾਮ ਵਿਚਾਰ ਚਰਚਾ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਵਿੱਚ ਅੱਜ ਦੇ ਵਿਸ਼ੇ ਰਹਿਣਗੇ ਭਾਰਤ ਵਿੱਚ ਕਰੋਨਾ ਦੀ ਸਥਿਤੀ, ਸੋਨੂੰ ਸੂਦ ਨੂੰ ਪੰਜਾਬ ਸਰਕਾਰ ਵੱਲੋਂ ਦਿੱਤੀ ਹੋਈ ਇੱਕ ਅਹਿਮ ਜ਼ਿੰਮੇਵਾਰੀ ਤੇ ਇਸ ਦੇ ਨਾਲ ਪੰਜਾਬ ਵਿੱਚ ਝੋਨੇ ਦੀ ਖਰੀਦ ਤੇ ਕਿਸਾਨ ਅੰਦੋਲਨ। ਇਸ ਪ੍ਰੋਗਰਾਮ ਵਿੱਚ ਸਾਡੇ ਨਾਲ ਸ਼ਾਮਲ ਨੇ ਸਰਦਾਰ ਕੁਲਦੀਪ ਸਿੰਘ ਜੀ ਹੀਰ। ਸਵਾਗਤ ਕਰਦੇ ਹਾਂ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਹਾਲ ਚਾਲ ਹੀਰ ਸਾਹਿਬ? ਬਿਲਕੁਲ ਠੀਕ ਹੈ ਜੀ। ਠੀਕ ਠਾਕ ਜੀ। ਬਿਹਤਰ ਜੀ। ਤੇ ਪੰਜਾਬ ਦਾ ਕਿਸਾਨ ਅੰਦੋਲਨ ਬੜੇ ਦਿਨਾਂ ਤੋਂ ਚਰਚਾ ਵਿੱਚ ਹੈ ਤੇ ਕਿੱਥੇ ਕੁ ਗੱਲ ਪਹੁੰਚੀ ਹੈ ਜੀ? ਆਪਾਂ ਇਹਦੀ ਗੱਲ ਸ਼ੁਰੂ ਕਰੀਏ। ਕਿਸਾਨ ਅੰਦੋਲਨ ਜਿਵੇਂ ਕਿ ਪਤਾ ਹੀ ਹੈ ਆਪ ਸਭ ਸਾਰਿਆਂ ਨੂੰ ਜੀ, ਬਾਹਰ ਬੈਠੇ ਹੋਏ ਸਾਡੇ ਵਿਦੇਸ਼ਾਂ ਦੇ ਦਰਸ਼ਕਾਂ ਨੂੰ ਵੀ ਪਤਾ ਹੋਵੇਗਾ ਕਿ ਕੱਲ ਦੀਵਾਲੀ ਤੋਂ ਇੱਕ ਅੱਧਾ ਦਿਨ ਬਾਅਦ ਇਹ ਇੱਕ ਬਾਰਿਸ਼ ਦਾ ਜਿਹੜਾ ਮਾਹੌਲ ਪੰਜਾਬ ਤੇ ਆਸ-ਪਾਸ ਦੇ ਇਲਾਕਿਆਂ ਦੇ ਵਿੱਚ ਬਣਿਆ ਜੀ। ਉੱਤਰੀ ਭਾਰਤ ਨੂੰ ਇਸਨੇ ਆਪਣੇ ਕਲਾਵੇ 'ਚ ਲੈ ਲਿਆ ਜੀ, ਔਰ ਬੜੀ ਦੇਰ ਬਾਅਦ ਬਾਰਿਸ਼ਾਂ ਹੋਈਆਂ ਨੇ। ਮੌਸਮ ਕੁਝ ਖੁਸ਼ਗਵਾਰ ਹੋ ਗਿਆ। ਮੌਸਮ ਖੁਸ਼ਗਵਾਰ ਹੋਇਆ, ਲੇਕਿਨ ਕਿਸਾਨਾਂ ਵਾਸਤੇ ਜਿਵੇਂ ਕਹਿੰਦੇ ਨੇ ਕਿ ਉਹੀ ਹਾਲ ਕਿ ਗੜੇਮਾਰੀ ਵੀ ਹੋਈ ਹੈ ਬਹੁਤ ਜਗ੍ਹਾ ਤੇ ਠੰਡ ਦੇ ਵਿੱਚ ਬਾਰਿਸ਼ ਵੀ ਹੋਈ ਹੈ ਜੀ। ਔਰ 100 ਤੋਂ ਵੱਧ ਜਗ੍ਹਾ ਤੇ ਕਿਸਾਨਾਂ ਦੇ ਮੋਰਚੇ ਪੰਜਾਬ ਦੇ ਵਿੱਚ ਲੱਗੇ ਹੋਏ ਨੇ। ਜੀ, ਟੋਲ ਪਲਾਜ਼ਿਆਂ ਤੇ ਭਾਜਪਾ ਆਗੂਆਂ ਦੇ ਘਰਾਂ ਦੇ ਅੱਗੇ, ਫਿਰ ਰੇਲਵੇ ਸਟੇਸ਼ਨਾਂ ਦੇ ਬਾਹਰ, ਹੋਰ ਬਹੁਤ ਸਾਰੇ ਥਾਵਾਂ ਤੇ ਜੀ, ਕਿਸਾਨ ਲੱਗੇ ਹੋਏ ਨੇ, ਡਟੇ ਹੋਏ ਨੇ। ਕੀਰਤਨ ਵੀ ਹੋ ਰਹੇ ਨੇ, ਢਾਡੀ ਵਾਰਾਂ ਵੀ ਗਾਈਆਂ ਜਾ ਰਹੀਆਂ ਨੇ, ਭਾਸ਼ਣ ਹੋ ਰਹੇ ਨੇ ਜੀ। ਔਰ ਗਾਉਣ ਵਾਲੇ ਔਰ ਹੋਰ ਜਿਹੜੇ ਖਿਡਾਰੀ ਵੀ ਕਈ ਕਿਸਮ ਦੇ ਉਹ ਪਹੁੰਚ ਰਹੇ ਨੇ ਤੇ ਸਾਰੇ ਲੋਕਾਂ ਨੇ ਇਸ ਦੇ ਵਿੱਚ ਯੋਗਦਾਨ ਪਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ ਜੀ। 1 ਅਕਤੂਬਰ ਤੋਂ ਤਕਰੀਬਨ ਇਹ ਚੱਲਿਆ ਹੋਇਆ ਅੰਦੋਲਨ ਹੈ ਜੀ। ਜੀ, ਤੁਸੀਂ ਦੇਖ ਲਓ ਕਿ ਅੱਜ ਕਿੰਨੀ ਤਰੀਕ ਹੋ ਗਈ ਹੈ ਤੇ ਕਿੱਥੇ ਪਹੁੰਚ ਗਿਆ। ਅਜੇ ਤੱਕ ਗੱਲਬਾਤ ਕਿਸੇ ਸਿੱਟੇ ਤੇ ਨਹੀਂ ਪੁੱਜੀ। ਜੀ, ਜਿੰਨੀ ਗੱਲਬਾਤ ਸਰਕਾਰ ਨਾਲ ਹੋਈ ਹੈ ਉਸ ਦੇ ਵਿੱਚੋਂ ਕੋਈ ਨਤੀਜਾ ਸਾਹਮਣੇ ਨਹੀਂ ਆਇਆ। ਜੀ, ਦੋ ਪਹਿਲੂ ਬਣ ਗਏ ਨੇ ਇਸ ਅੰਦੋਲਨ ਤੇ। ਇੱਕ ਤਾਂ ਇਹ ਕਿ ਜਿਹੜਾ ਕਿਸਾਨਾਂ ਦੇ ਨਾਲ ਗੱਲਬਾਤ ਹੈ ਉਹ ਮੁੱਦਿਆਂ ਤੇ ਹੋਵੇਗੀ ਜੀ, ਤੇ ਦੂਸਰਾ ਰੇਲ ਵਾਲੀ ਗੱਲ ਜਿਹੜੀ ਹੈ ਉਹ ਇਸ ਦੇ ਵਿੱਚ ਆਣ ਖੜੀ ਹੋਈ ਹੈ। ਜੀ, ਰੇਲਾਂ ਦਾ ਬਹੁਤ ਵੱਡਾ ਦੱਸਿਆ ਜਾਂਦਾ ਹੈ ਕਿ ਰੇਲ ਮਹਿਕਮੇ ਨੇ ਕੁਝ ਅੰਕੜੇ ਜਾਰੀ ਕੀਤੇ ਨੇ। ਜੀ, ਉਹਨਾਂ ਨੇ ਕਿਹਾ ਕਿ ਤਕਰੀਬਨ ਅਸੀਂ 4000 ਦੇ ਕਰੀਬ ਮਾਲ ਗੱਡੀਆਂ ਰੱਦ ਕੀਤੀਆਂ ਤੇ ਤਕਰੀਬਨ 1000 ਤੋਂ ਵੱਧ ਜਿਹੜੀਆਂ ਮੁਸਾਫਰ ਗੱਡੀਆਂ ਉਹ ਅਸੀਂ ਰੱਦ ਕੀਤੀਆਂ ਇੰਨੇ ਸਮੇਂ ਦੇ ਵਿੱਚ, ਜਿਸ ਕਰਕੇ ਸਾਨੂੰ ਹਜ਼ਾਰਾਂ ਕਰੋੜਾਂ ਦਾ ਘਾਟਾ ਪਿਆ। ਜੀ। ਉਹਨਾਂ ਨੇ ਜਿਹੜੇ ਅੰਕੜੇ ਦਿੱਤੇ ਨੇ ਉਹਨਾਂ ਨੇ ਤਕਰੀਬਨ 1600 ਕਰੋੜ ਦਾ ਨੁਕਸਾਨ ਜਿਹੜਾ ਉਹ ਦੱਸਿਆ। ਜੀ, ਸੋ ਬਹੁਤ ਵੱਡਾ ਨੁਕਸਾਨ ਹੈ 1600 ਕਰੋੜ ਦਾ, ਜੇ ਉਹਨਾਂ ਦੇ ਅੰਕੜੇ ਸਹੀ ਨੇ। ਜੀ, ਔਰ ਉਹਨਾਂ ਨੇ ਕਿਹਾ ਕਿ ਸਾਡੀਆਂ ਜ਼ਰੂਰੀ ਵਸਤਾਂ ਦੀ ਜਿਹੜੀ ਸਪਲਾਈ ਹੈ ਨਾ ਸਿਰਫ ਪੰਜਾਬ ਨੂੰ ਬਲਕਿ ਜੰਮੂ ਕਸ਼ਮੀਰ ਤੇ ਹਿਮਾਚਲ ਤੇ ਹੋਰ ਬਹੁਤ ਸਾਰੇ ਏਰੀਆਜ਼ ਨੂੰ ਜਾਣ ਵਾਲੀ ਤੇ ਫੌਜ ਨੂੰ ਜਾਣ ਵਾਲੀ ਸਪਲਾਈ ਤੇ ਬਹੁਤ ਭੈੜਾ ਅਸਰ ਪਿਆ। ਜੀ। ਹੁਣ ਥਰਮਲ ਪਲਾਂਟ ਬੰਦ ਪਏ ਨੇ ਪੰਜਾਬ ਦੇ। ਬਿਲਕੁਲ ਜੀ। ਔਰ ਜਿਹੜੇ ਪਲਾਂਟਾਂ ਦੇ ਵਿੱਚ ਇੱਕ ਅੱਧਾ ਕੋਈ ਯੂਨਿਟ ਚੱਲ ਰਿਹਾ ਸੀ ਉਹ ਵੀ ਇੱਕ ਦੋ ਦਿਨਾਂ ਵਿੱਚ ਪਿਛਲਿਆਂ ਵਿੱਚ ਬੰਦ ਹੋ ਗਏ ਨੇ ਔਰ ਕੋਈ ਜਿਹੜੀ ਬਿਜਲੀ ਦੀ ਸਪਲਾਈ ਆ ਉੱਥੋਂ ਨਹੀਂ ਹੋ ਰਹੀ। ਜੀ। ਹੁਣ ਬਾਰਿਸ਼ ਹੋਣ ਦੇ ਨਾਲ ਕਿਸਾਨਾਂ ਨੂੰ ਤਾਂ ਥੋੜ੍ਹੀ ਜਿਹੀ ਰਾਹਤ ਮਿਲੇਗੀ ਕਿ ਮੋਟਰਾਂ ਵਗੈਰਾ ਤੇ ਬਿਜਲੀ ਦੀ ਜਿਹੜੀ ਉਹਨਾਂ ਲੋੜ ਹੁੰਦੀ ਹੈ ਉਸ ਦੀ ਘੱਟ ਲੋੜ ਪਏਗੀ ਜੀ, ਤੇ ਉਹ ਆਪਣਾ ਕੰਮ ਚਲਾ ਸਕਣਗੇ। ਕੁਦਰਤ ਨੇ ਉਹਨਾਂ ਦੀ ਮਦਦ ਕੀਤੀ ਹੈ। ਪੋਲੂਸ਼ਨ ਦਾ ਪੱਧਰ ਵੀ ਘਟਿਆ ਹੋਵੇਗਾ, ਲੇਕਿਨ ਦੂਸਰੇ ਪਾਸੇ ਮੋਰਚਿਆਂ ਤੇ ਡਟੇ ਹੋਏ ਕਿਸਾਨਾਂ ਵਾਸਤੇ ਮੁਸ਼ਕਲ ਬਣੀ ਰਹੀ। ਜੀ। ਹੁਣ ਕੱਲ੍ਹ ਨੂੰ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਤੇ ਪੀਯੂਸ਼ ਗੋਇਲ ਰੇਲ ਮੰਤਰੀ ਦੇ ਨਾਲ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ। ਅੱਛਾ ਜੀ। ਜਿਸ ਦੇ ਵਿੱਚ ਬਹੁਤ ਸਾਰੇ ਕਿਸਾਨ ਆਗੂ ਜਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਹੋਵੇਗੀ। ਔਰ ਜਿਹੜੇ ਸਾਡੇ ਮੰਤਰੀ ਨੇ ਪੰਜਾਬ ਤੋਂ ਭਾਜਪਾ ਦੇ, ਉਹਨਾਂ ਨੇ ਗੱਲ ਕੀਤੀ, ਸੋਮ ਪ੍ਰਕਾਸ਼ ਨੇ, ਕਿ ਸਾਨੂੰ ਕੱਲ੍ਹ ਨੂੰ ਕੁਝ ਸਿੱਟਾ ਨਿਕਲਣ ਦੀ ਉਮੀਦ ਹੈ। ਜੀ। ਹਾਲਾਂਕਿ ਉਹਨਾਂ ਨੇ ਸਪਸ਼ਟ ਨਹੀਂ ਕੀਤਾ ਕਿ ਕਿਹੜਾ ਸਿੱਟਾ ਤੇ ਕਿਸ ਤਰ੍ਹਾਂ ਦਾ ਸਿੱਟਾ ਨਿਕਲ ਸਕਦਾ ਹੈ, ਕਿ ਕਿਸਾਨਾਂ ਨੂੰ ਸਿਰਫ ਸਮਝਾਇਆ ਜਾਵੇਗਾ ਅੱਗੇ ਮੰਗਿਓ ਜਾਂ ਕੋਈ ਗੱਲ ਵੀ ਸੁਣੀ ਜਾਵੇਗੀ। ਜੀ। ਇਹ ਸਾਰੀ ਗੱਲਬਾਤ ਦਾ ਸਿਲਸਿਲਾ ਜੋ ਭਾਜਪਾ ਦੇ ਇੱਕ ਸਾਬਕਾ ਪ੍ਰਧਾਨ ਪੰਜਾਬ ਦੇ ਸੁਰਜੀਤ ਕੁਮਾਰ ਜਿਆਣੀ ਦੀ ਗੱਲਬਾਤ ਤੋਂ ਬਾਅਦ ਹੋਇਆ। ਬਿਲਕੁਲ ਜੀ। ਉਸ ਤੋਂ ਪਹਿਲਾਂ ਜਿੰਨੇ ਕੁ ਭਾਜਪਾ ਦੇ ਇਸ ਵੇਲੇ ਅਹੁਦੇਦਾਰ ਨੇ ਪੰਜਾਬ ਦੇ ਵਿੱਚ, ਉਹਨਾਂ ਨੇ ਕੋਈ ਬਹੁਤ ਜ਼ਿਆਦਾ ਅਕਲਮੰਦੀ ਨਹੀਂ ਵਿਖਾਈ ਇਸ ਮੁੱਦੇ ਤੇ ਔਰ ਉਹਨਾਂ ਨੇ ਆਪਣੇ ਪੱਖ ਪੇਸ਼ ਕਰ ਦਿੱਤਾ ਤੇ ਕਿਸਾਨਾਂ ਤੇ ਸਰਕਾਰ ਤੇ ਜ਼ਿਆਦਾ ਉਹਨਾਂ ਨੇ ਨਿਸ਼ਾਨੇਬਾਜ਼ੀ ਉਹਨਾਂ ਨੇ ਜਿਹੜੀ ਕੀਤੀ ਤੇ ਉਹ ਜਿਸ ਦੇ ਕਰਕੇ ਕੋਈ ਸਿੱਟਾ ਨਿਕਲਣ ਦੇ ਤਾਂ ਕੀ ਅਸਾਰ ਹੋਣੇ ਸੀ। ਸਰਕਾਰ ਨੇ ਗੱਲ ਵੀ ਕਿਸਾਨਾਂ ਦੀ ਨਹੀਂ ਸੁਣੀ। ਜੀ। ਸੋ ਇੱਕ ਚੰਗਾ ਪਹਿਲੂ ਕੱਲ੍ਹ ਦੀ ਜਿਹੜੀ ਹੋਣ ਵਾਲੀ ਗੱਲਬਾਤ ਆ ਉਹਦੇ ਵਿੱਚ ਇਹ ਹੈ ਕਿ ਪਹਿਲੀ ਵਾਰੀ ਉਹ ਚੱਲ ਕੇ ਆ ਰਹੇ ਨੇ, ਭਾਵੇਂ ਚੰਡੀਗੜ੍ਹ ਹੀ ਆ ਰਹੇ ਨੇ। ਬਿਲਕੁਲ ਜੀ। ਪਰ 26 ਤੇ 27 ਨਵੰਬਰ ਨੂੰ ਪੂਰੇ ਭਾਰਤ ਤੋਂ 500 ਦੇ ਕਰੀਬ ਕਿਸਾਨ ਜਥੇਬੰਦੀਆਂ ਜਿਹੜੀਆਂ ਨੇ ਉਹ ਦਿੱਲੀ ਜਾ ਰਹੀਆਂ ਨੇ। ਜੀ। ਹੁਣ ਦਿੱਲੀ ਉਹਨਾਂ ਨੂੰ ਜਾਣ ਦਿੱਤਾ ਜਾਂਦਾ ਹੈ ਕਿ ਨਹੀਂ ਜਾਣ ਦਿੱਤਾ ਜਾਂਦਾ, ਇਹ ਤੇ ਅਗਲੀ ਗੱਲ ਹੈ। ਸਰਕਾਰ ਉਸ ਨੂੰ ਰੋਕਣਾ ਚਾਹੁੰਦੀ ਹੈ, ਕੇਂਦਰ ਸਰਕਾਰ, ਤੇ ਸਾਡੇ ਪੰਜਾਬ ਦੇ ਕਿਸਾਨ ਤੇ ਜਥੇਬੰਦੀਆਂ ਇਸ ਗੱਲ ਦੇ ਵਿਜੇਦ ਹਨ ਕਿ ਅਸੀਂ ਜਾਣਾ ਕਿ ਸਾਡੀ ਗੱਲ, ਅਸੀਂ ਗੱਲਬਾਤ ਹੋਰ ਕੋਈ ਨਹੀਂ ਕਰਨੀ, ਰੇਲਾਂ ਚਲਾਉਣੀਆਂ ਤੁਸੀਂ ਚਲਾਓ, ਮਾਲ ਗੱਡੀਆਂ ਹੀ ਸਿਰਫ ਜਿਹੜੀਆਂ ਉਹ ਚੱਲਣ ਦੇਵਾਂਗੇ। ਔਰ ਟਰੈਕਾਂ ਤੇ ਰੇਲਵੇ ਮਹਿਕਮੇ ਦਾ ਕਹਿਣਾ ਹੈ ਕਿ ਅਜੇ ਵੀ ਕਈ ਜਗ੍ਹਾ ਤੇ ਕਿਸਾਨ ਬੈਠੇ ਹੋਏ ਨੇ। ਹਾਲਾਂਕਿ ਇਹ ਨਹੀਂ ਦੱਸਿਆ ਕਿ ਕਿੱਥੇ ਬੈਠੇ ਹੋਏ ਨੇ। ਜਦ ਕਿ ਪੰਜਾਬ ਸਰਕਾਰ ਇਹ ਦਾਅਵਾ ਕਰਦੀ ਰਹੀ ਕਿ ਅਸੀਂ ਇਸ ਗੱਲ ਦੀ ਗਰੰਟੀ ਦੇ ਚੁੱਕੇ ਹਾਂ ਕਿ ਸੁਰੱਖਿਆ ਨੂੰ ਯਕੀਨੀ ਪੂਰਨ ਤੌਰ ਤੇ ਬਣਾਇਆ ਜਾਵੇਗਾ, ਪਰ ਇਹ ਕੁੰਡੀ ਅਜੇ ਅੜੀ ਹੋਈ ਹੈ। ਸੋ ਇਹ 26-27 ਵਾਲਾ ਸੱਦਾ ਕੱਲ੍ਹ ਦੀ ਮੀਟਿੰਗ ਤੋਂ ਬਾਅਦ
ਇਸ ਤੇ ਕੋਈ ਪੁਖਤਾ ਫੈਸਲਾ ਹੋ ਸਕੇਗਾ ਕਿ 26-27 ਵਾਲਾ ਪੱਕਾ ਹੈ ਜਾਂ ਕੋਈ ਹੋਰ ਗੱਲਬਾਤ ਦਾ ਗੇੜ ਇਸ ਦੇ ਦਰਮਿਆਨ ਜਿਹੜਾ ਉਹ ਚੱਲ ਸਕੇਗਾ। ਜੀ, ਤੁਸੀਂ ਗੱਲ ਕੀਤੀ ਕਿ ਕੱਲ ਜਿਹੜੀ ਮੀਟਿੰਗ ਹੋਈ ਹੈ ਉਹ ਕੁਝ ਤੈਅ ਕਰ ਸਕੇਗੀ, ਤੇ ਰੇਲਾਂ ਦੀ ਆਪਾਂ ਗੱਲ ਕਰੀਏ ਤੇ ਰੇਲਾਂ ਮੈਨੂੰ ਲੱਗਦਾ ਕਿ ਕਾਫੀ ਦੇਰ ਤੋਂ ਬੰਦ ਨੇ, ਹੋ ਸਕਦਾ ਕਿ ਉਹ ਕੱਲ ਕਿਸੇ ਸਿੱਟੇ ਤੱਕ ਪਹੁੰਚੇ। ਤੇ ਅਸੀਂ ਗੱਲ ਕਰੀਏ ਪੰਜਾਬ ਸਰਕਾਰ ਨੇ ਕੁਝ ਨਵੇਂ ਫੈਸਲੇ ਲਏ ਨੇ ਜੀ ਝੋਨੇ ਦੀ ਖਰੀਦ ਦੇ ਸੰਬੰਧ 'ਚ, ਜੀ ਉਹ ਕੀ ਘਟਨਾ ਹੈ, ਕਿ ਉਹ ਵੀ ਇਸ ਕਾਨੂੰਨ ਨਾਲ ਜੁੜੀ ਹੋਈ ਕੋਈ ਗੱਲ ਹੈ? ਕਹਿ ਸਕਦੇ ਹਾਂ ਜੀ, ਕਾਨੂੰਨ ਨਾਲ ਜੁੜੀ ਹੋਈ ਗੱਲਬਾਤ ਉਹ ਇਸ ਤਰ੍ਹਾਂ, ਕਿਉਂਕਿ ਤੁਸੀਂ ਜਾਣਦੇ ਹੋ ਕਿ ਕਣਕ ਦਾ ਜਿਹੜਾ ਸਮਰਥਨ ਮੁੱਲ ਹੈ, ਜੀ, ਜਿਹੜਾ ਪਿਛਲਾ ਖਰੀਦ ਵਰ੍ਹਾ ਲੰਘ ਕੇ ਗਿਆ ਸਰਕਾਰ ਦਾ 1925 ਰੁਪਏ ਸੀ। ਜੀ, 1925 ਰੁਪਏ ਦੇ ਵਿੱਚ ਸਰਕਾਰ ਨੇ, ਕੇਂਦਰ ਸਰਕਾਰ ਨੇ ਪੂਰੇ ਭਾਰਤ ਦੇ ਵਿੱਚ ਖਰੀਦ ਕੀਤੀ ਹੈ। ਜੀ, ਕਈ ਜਗ੍ਹਾ ਤੇ ਸਥਾਨਕ ਸਰਕਾਰਾਂ ਨੇ ਬੋਨਸ ਵੀ ਦਿੱਤੇ ਨੇ, ਕਈਆਂ ਨੇ ਨਹੀਂ ਵੀ ਦਿੱਤੇ। ਜੀ, ਔਰ ਉਹ ਜਿਹੜਾ ਖਰੀਦ ਮੁੱਲ ਹੈ ਉਹ ਇੱਕ ਪੱਕਾ ਇੱਕ ਮੁੱਲ ਜਿਹੜਾ ਇੱਕ ਮੰਨਿਆ ਜਾਂਦਾ ਹੈ ਕਿ ਇਸ ਤੋਂ ਘੱਟ ਕਣਕ ਫਿਰ ਮੁੜ ਕੇ ਨਹੀਂ ਵਿਕਦੀ। ਤੈਅਸ਼ੁਦਾ ਮੁੱਲ ਸਰਕਾਰ ਵੱਲੋਂ, ਤੈਅਸ਼ੁਦਾ ਮੁੱਲ ਹੈ ਸਰਕਾਰ ਵੱਲੋਂ। ਖੈਰ ਉਹ ਉਸ ਵੇਲੇ ਦਾ ਹੁੰਦਾ ਜਦੋਂ ਖਰੀਦ ਹੋਣੀ ਹੈ ਮੰਡੀਆਂ 'ਚ। ਜਿੰਨੀ ਦੇਰ ਤੱਕ ਸਰਕਾਰੀ ਖਰੀਦ ਬਾਅਦ ਚੱਲਦੀ ਵਿੱਚ ਉਸ ਨੂੰ ਕਣਕ ਦੇ ਮੁੱਲ ਨੂੰ ਸਰਕਾਰ ਵੱਲੋਂ ਕੰਟਰੋਲ ਨਹੀਂ ਕੀਤਾ ਜਾਂਦਾ। ਜੀ, ਹਾਲਾਂਕਿ ਬਹੁਤ ਜ਼ਿਆਦਾ ਵਧੀ ਹੋਈ ਕੀਮਤ ਤੇ ਸਰਕਾਰ ਕਈ ਵਾਰੀ ਲੈ ਸਕਦੀ ਹੈ, ਪਰ ਹਾਲਤ ਇਸ ਵੇਲੇ ਇਹ ਹੈ ਕਿ ਕਣਕ ਜਿਹੜੀ ਆ ਉਹ ਇਸ ਵੇਲੇ 1550 ਤੋਂ 1600 1650 ਨੂੰ ਕੁਇੰਟਲ ਜਿਹੜੀ ਆ ਉਹ ਵਿਕ ਰਹੀ ਆ ਪੂਰੇ ਭਾਰਤ ਦੇ ਵਿੱਚ। ਜੀ, ਔਰ ਦੂਜਿਆਂ ਸੂਬਿਆਂ ਤੋਂ ਆ ਕੇ ਕਣਕ ਜਿਹੜੀ ਆ ਭਾਰਤ ਦੇ ਪੰਜਾਬ ਦੇ ਵਿੱਚ ਮੰਡੀਆਂ ਦੇ ਵਿੱਚ ਉਹ ਵਿਕ ਰਹੀ ਆ। ਜੀ, ਹੁਣ ਗੱਲ ਕਰਦੇ ਆ ਕਿ ਝੋਨੇ ਦੀ ਵੀ ਇਸੇ ਤਰ੍ਹਾਂ ਸਥਿਤੀ ਦੱਸੀ ਜਾਂਦੀ ਹੈ ਕਿ ਭਾਵੇਂ ਕਿਸਾਨਾਂ ਨੇ ਰੋਕਿਆ ਸੀ, ਬਹੁਤ ਸਾਰੇ ਸੂਬਿਆਂ ਤੋਂ ਜੋ ਟਰੱਕ ਭਰ ਕੇ ਆ ਰਹੇ ਸਨ, ਵੱਡੇ ਵੱਡੇ ਟਰੱਕ, ਜੀ, ਪਰ ਫਿਰ ਵੀ ਪੰਜਾਬ ਸਰਕਾਰ ਦਾ ਇਹ ਕਹਿਣਾ ਹੈ ਕਿ ਬਹੁਤ ਜ਼ਿਆਦਾ ਟਰੱਕ ਜਿਹੜੇ ਨੇ ਉਹ ਪੰਜਾਬ ਵਿੱਚ ਆ ਕੇ ਵਿਕੇ ਨੇ, ਜਿਸ ਕਰਕੇ ਮੰਡੀਆਂ 'ਚ ਸਾਨੂੰ ਇੰਨੇ ਵੱਡੇ ਪੱਧਰ ਤੇ ਪ੍ਰਬੰਧ ਕਰਨੇ ਜਿਹੜੇ ਆ ਉਹ ਔਖੇ ਹੋ ਗਏ ਆ। ਜੀ, ਕਿਉਂਕਿ ਖੁੱਲੀ ਮੰਡੀ ਕਰਾਰ ਦੇ ਦਿੱਤਾ ਗਿਆ, ਜਿਹੜਾ ਮਰਜ਼ੀ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਹੈ। ਕੇਂਦਰ ਸਰਕਾਰ ਦਾ ਹੁਕਮ ਹੈ ਉਹ, ਪਰ ਪੰਜਾਬ ਸਰਕਾਰ ਨੇ ਆਪਣੇ ਵੱਲੋਂ ਵੀ ਰੋਕਣ ਦੇ ਯਤਨ ਕੀਤੇ ਤੇ ਕਿਸਾਨਾਂ ਨੇ ਵੀ ਰੋਕਿਆ, ਪਰ ਉਹ ਪੂਰੀ ਤਰ੍ਹਾਂ ਰੁਕੇ ਨਹੀਂ। ਜੀ, ਪਰ ਪੰਜਾਬ ਸਰਕਾਰ ਦਾ ਹਾਲ ਦੀ ਘੜੀ ਇਹ ਕਹਿਣਾ ਹੈ, ਇੱਕ ਤੇ ਉਹ ਕਾਰਨ ਹੈ, ਦੂਸਰਾ ਹੈ ਕਿ ਇਸ ਵਾਰੀ ਝੋਨੇ ਦਾ ਝਾੜ ਵੀ ਵਧਿਆ ਤੇ ਰਕਬਾ ਵੀ ਜ਼ਿਆਦਾ ਸੀ ਝੋਨੇ ਦੇ ਹੇਠ, ਇਸ ਕਰਕੇ ਉਸ ਨੂੰ ਸੰਭਾਲਣ ਲਈ ਸਾਨੂੰ ਸਮਾਂ ਬਹੁਤ ਲੱਗ ਗਿਆ। ਕੇਂਦਰ ਨੇ ਜੋ ਸਮਾਂ ਸੀਮਾ ਤੈਅ ਕੀਤੀ ਹੋਈ ਹੈ ਉਹ 30 ਨਵੰਬਰ ਹੈ ਕਿ 30 ਨਵੰਬਰ ਤੱਕ ਇਹ ਪ੍ਰਕਿਰਿਆ ਜਿਹੜੀ ਉਹ ਚੱਲਣੀ ਚਾਹੀਦੀ ਹੈ, ਜਾਂ ਉਦੋਂ ਤੱਕ ਮੁਕੰਮਲ ਹੋਣੀ ਚਾਹੀਦੀ ਹੈ। ਜੀ, ਅਜੇ ਤੇ ਸਮਾਂ ਬਾਕੀ ਸੀ, ਪਰ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਛੋਟੀਆਂ ਮੰਡੀਆਂ, ਸੈਂਕੜੇ ਛੋਟੀਆਂ ਮੰਡੀਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹੈ ਕਿ ਅਸੀਂ ਥਾਂ ਥਾਂ ਤੇ ਖਰੀਦ ਨਹੀਂ ਕਰਨੀ, ਬਲਕਿ 150 ਦੇ ਕਰੀਬ ਕੋਲ ਜਿਹੜੇ ਮੁੱਖ ਕੇਂਦਰ ਨੇ ਉਹਨਾਂ ਦੇ ਵਿੱਚ ਹੀ ਕਿਸਾਨਾਂ ਨੂੰ ਆਪਣੀ ਉਪਜ ਹੁਣ ਲਿਆਉਣੀ ਪਏਗੀ ਤੇ ਉੱਥੇ ਹੀ ਖਰੀਦ ਹੋਵੇਗੀ। ਸਰਕਾਰ ਦਾ ਤੇ ਮੰਡੀ ਬੋਰਡ ਦਾ ਜਿਹੜਾ ਫੈਸਲਾ ਹੈ ਉਹਨਾਂ ਦੇ ਦੱਸਣ ਮੁਤਾਬਕ ਇਸ ਕਰਕੇ ਹੈ ਕਿ ਬਾਹਰਲੇ ਸੂਬਿਆਂ ਤੋਂ ਆ ਕੇ ਕੋਈ ਝੋਨਾ ਇਸ ਤਰ੍ਹਾਂ ਧੱਕੇ ਨਾਲ ਨਾ ਵੇਚ ਸਕੇ ਹਰੇਕ ਮੰਡੀ ਦੇ ਵਿੱਚ, ਤੇ ਉਹ ਮੋਨੀਟਰਿੰਗ ਵੱਧ ਚਾਹੁੰਦੇ ਨੇ। ਪਰ ਇਸ ਨਾਲ ਜਿਹੜੇ ਸਥਾਨਕ ਆੜ੍ਹਤੀਏ ਨੇ ਜਾਂ ਜਿਹੜਾ ਸਥਾਨਕ ਆੜ੍ਹਤੀਏ ਦੇ ਨਾਲ ਕਿਸਾਨ ਦਾ ਇੱਕ ਵਿਹਾਰ ਹੁੰਦਾ ਹੈ, ਉਸ ਤੇ ਕੀ ਅਸਰ ਪਏਗਾ, ਸਰਕਾਰ ਨੇ ਜਾਂ ਮੰਡੀ ਬੋਰਡ ਨੇ ਇਸ ਬਾਰੇ ਕੋਈ ਗੱਲ ਕਲੀਅਰ ਨਹੀਂ ਕੀਤੀ। ਪਰ ਹਾਲ ਦੀ ਘੜੀ ਮੰਡੀ ਬੋਰਡ ਨੇ ਤਕਰੀਬਨ 800 ਛੋਟੇ ਕੇਂਦਰ ਬੰਦ ਕਰਕੇ 150 ਦੇ ਕਰੀਬ ਜਿਹੜੇ ਨੇ ਕੇਂਦਰ, ਵੱਡੇ ਮੁੱਖ ਕੇਂਦਰ ਨੇ, ਉਹਨਾਂ ਵਿੱਚ ਹੀ ਉਪਜ ਨੂੰ, ਝੋਨੇ ਨੂੰ ਖਰੀਦਣ ਦਾ ਫੈਸਲਾ ਕੀਤਾ। ਕੁਲਦੀਪ ਜੀ, ਇੱਕ ਛੋਟੀ ਜਿਹੀ ਗੱਲ ਹੋਰ ਦੱਸੋ, ਕਿ ਇਸ ਤੋਂ ਪਹਿਲਾਂ ਵੀ ਕਦੀ ਪੰਜਾਬ ਸਰਕਾਰ ਨੇ ਸਮੇਂ ਤੋਂ ਪਹਿਲਾਂ ਖਰੀਦ ਬੰਦ ਕੀਤੀ ਹੈ? ਖਰੀਦ ਬੰਦ ਨਹੀਂ ਕੀਤੀ ਕਹਿ ਸਕਦੇ, ਕੁਝ ਕੇਂਦਰਾਂ ਦੇ ਵਿੱਚ ਬੰਦ ਲਿਮਿਟਡ ਕੀਤੀ ਹੈ। ਉਹਨਾਂ ਨੇ ਕਿਹਾ ਕਿ ਅਸੀਂ ਇਸ ਨੂੰ ਕੁਝ ਕੇਂਦਰਾਂ ਤੱਕ ਸੀਮਿਤ ਰੱਖਣਾ ਚਾਹੁੰਦੇ ਤਾਂ ਕਿ ਇਸ ਨੂੰ ਚੰਗੀ ਤਰ੍ਹਾਂ ਮੋਨੀਟਰ ਕਰ ਸਕੀਏ, ਪਰ ਇਸ ਤਰ੍ਹਾਂ ਦੀ ਉਦਾਹਰਨ ਪਹਿਲਾਂ ਕਦੇ ਵੇਖਣ ਨੂੰ ਨਹੀਂ ਮਿਲਦੀ। ਜੀ, ਤੇ ਇਹਦਾ ਕਾਰਨ ਉਹੀ ਆ ਕਿ ਬਾਹਰਲੇ ਸੂਬਿਆਂ ਤੋਂ ਆ ਰਹੀ ਜਿਹੜੀ ਫਸਲ ਹੈ ਉਹਨੂੰ ਅਸੀਂ ਨਹੀਂ ਖਰੀਦ ਸਕੇ। ਹੋ ਸਕਦਾ ਇਹੋ ਹੀ ਕਾਰਨ ਹੋਵੇ, ਜਾਂ ਉਹਨਾਂ ਦੇ ਬੈਕ ਆਫ ਮਾਈਂਡ ਕੋਈ ਹੋਰ ਗੱਲ ਹੋਵੇ, ਮੋਨੀਟਰਿੰਗ ਔਖੀ ਹੋਵੇ। ਪਰ ਇਸ ਵਾਰੀ ਝੋਨੇ ਦਾ ਝਾੜ ਜ਼ਿਆਦਾ ਹੋਣ ਕਰਕੇ ਉਹਨਾਂ ਕੋਲ ਇਸ ਤਰ੍ਹਾਂ ਦੇ ਲੰਬੇ ਸਮੇਂ ਵਾਸਤੇ ਪ੍ਰਬੰਧ ਜਿਹੜੇ ਆ ਉਹ ਹੋ ਸਕਦਾ ਨਾ ਹੋਣ, ਤੇ ਆਪਣੇ ਜਿਹੜੇ ਥੋੜੇ ਕੇਂਦਰਾਂ ਦੇ ਵਿੱਚ, ਖਾਸ ਤੌਰ ਤੇ ਇੱਕ ਮੈਂ ਦੱਸ ਦੇਵਾਂ ਅਮਰਤ ਜੀ ਕਿ ਝੋਨੇ ਦੀ ਇਸ ਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਨੇ, ਉਹਨਾਂ ਨੇ ਇਹ ਕਿਹਾ ਹੈ ਕਿ ਇਹ ਮਾਲਵੇ ਦੇ ਵਿੱਚ ਜ਼ਿਆਦਾ ਅਜੇ ਫਸਲ ਰੁਕੀ ਹੋਈ ਹੈ ਝੋਨੇ ਦੀ, ਬਾਕੀ ਥਾਵਾਂ ਤੇ ਤਕਰੀਬਨ ਜਿਹੜੀ ਹੈ ਉਹ ਕਲੀਅਰ ਹੋ ਚੁੱਕੀ ਹੈ ਜਾਂ ਥੋੜੀ ਬਹੁਤੀ ਫਸਲ ਰਹਿੰਦੀ ਹੈ। ਬਾਸਮਤੀ ਜੇ ਆਉਣੇ ਬਾਕੀ ਹੈ। ਮੇਰਾ ਅਗਲਾ ਸਵਾਲ ਇਹੀ ਸੀਗਾ ਕਿ ਪੰਜਾਬ ਵਿੱਚ ਫਸਲ ਕਿੰਨੀ ਕੁ ਬਾਕੀ ਹੈ ਤੇ ਕਿੰਨੀ ਕੁ ਆ ਚੁੱਕੀ ਹੈ? ਜੀ, ਇਹ ਹੋਈ ਹੈ ਜੀ, ਇਸ ਤਰ੍ਹਾਂ ਕਿ ਮਾਲਵੇ ਦੇ ਵਿੱਚ ਬਹੁਤ ਸਾਰੇ ਡਿਵੀਜ਼ਨਾਂ ਦੱਸੀਆਂ ਗਈਆਂ ਜਿੱਥੇ ਅਜੇ ਬਹੁਤ ਸਾਰੇ ਕਿਸਾਨ ਜਿਹੜੇ ਉਹਨਾਂ ਨੇ ਫਸਲ ਅਜੇ ਚੁੱਕਣੀ ਹੈ ਤੇ ਉਸ ਦੀ ਖਰੀਦ ਹੋਣੀ ਬਾਕੀ ਹੈ, ਤੇ ਉਹਨਾਂ ਵੱਲੋਂ ਸ਼ੰਕਾ ਜ਼ਾਹਰ ਕੀਤਾ ਗਿਆ। ਹਾਲਾਂਕਿ ਕਿਸਾਨ ਯੂਨੀਅਨਾਂ ਨੇ ਜਾਂ ਕਿਸਾਨਾਂ ਦੀ ਜਿਹੜੀਆਂ ਸੰਸਥਾਵਾਂ ਜੋ ਇਸ ਵੇਲੇ ਮੁਜ਼ਾਹਰੇ ਕਰ ਰਹੀਆਂ ਨੇ, ਉਹਨਾਂ ਨੇ ਕਿਹਾ ਕਿ ਸਰਕਾਰ ਇੱਕ ਨਵਾਂ ਫਰੰਟ ਖੋਲ ਰਹੀ ਹੈ ਕਿ ਅਸੀਂ ਪਹਿਲਾਂ ਹੀ ਜਿਹੜੇ ਬਹੁਤ ਸਾਰੇ ਮੁੱਦੇ ਜਿਹੜੇ ਨੇ ਛਿੜੇ ਹੋਏ ਨੇ ਕੇਂਦਰ ਦੇ ਨਾਲ, ਤੇ ਅਸੀਂ ਪੰਜਾਬ ਸਰਕਾਰ ਦੇ ਨਾਲ ਉਲਝਣ ਵਾਸਤੇ ਸਾਨੂੰ ਮਜਬੂਰ ਨਾ ਕਰਨ, ਤੇ ਹੋ ਸਕਦਾ ਕਿ ਅਸੀਂ ਕੋਈ ਨਵਾਂ ਅੰਦੋਲਨ ਇਸ ਮੁੱਦੇ ਤੇ ਸ਼ੁਰੂ ਕਰ ਦਈਏ। ਗੰਨੇ ਦਾ ਸੀਜ਼ਨ ਜਿਹੜਾ ਹੈ ਖਰੀਦ ਦਾ ਸ਼ੁਰੂ ਹੋਣ ਵਾਲਾ ਹੈ ਪੰਜਾਬ ਦੇ ਵਿੱਚ, ਸ਼ੁਰੂ ਹੋ ਚੁੱਕਾ ਕਈ ਜਗ੍ਹਾ ਤੇ। ਉਸ ਦੇ ਸਮਰਥਨ ਮੁੱਲ ਦੇ ਬਾਰੇ ਪੰਜਾਬ ਸਰਕਾਰ ਬਿਲਕੁਲ ਅਜੇ ਤੱਕ ਚੁੱਪ ਹੈ। ਬਹੁਤ ਸਾਰੀਆਂ ਮਿੱਲਾਂ ਅਜਿਹੀਆਂ ਨੇ, ਪੰਜਾਬ ਸਰਕਾਰ ਨੂੰ ਪਤਾ ਹੈ ਇਸ ਗੱਲ ਦਾ, ਇਹਨਾਂ ਦੀਆਂ ਆਪਣੀਆਂ ਮਿੱਲਾਂ ਵੀ ਹਨ, ਸਹਿਕਾਰੀ ਮਿੱਲਾਂ ਵੀ ਹਨ, ਜਿਨ੍ਹਾਂ ਦੀਆਂ ਪਿਛਲੀਆਂ ਬਕਾਇਆ ਰਾਸ਼ੀਆਂ ਅਜੇ ਕਿਸਾਨਾਂ ਨੂੰ ਦੇਣੀਆਂ ਬਾਕੀ ਨੇ, ਤੇ ਉਹ ਦਿੱਤੀਆਂ ਨਹੀਂ ਜਾ ਰਹੀਆਂ, ਤੇ ਉਹਨਾਂ ਦੀ ਕੋਈ ਛੋਟ ਵੀ ਨਹੀਂ ਹੈ। ਨਵਾਂ ਸੀਜ਼ਨ ਸ਼ੁਰੂ ਹੋ ਗਿਆ,
ਔਰ ਉਸ ਦਾ ਸਮਰਥਨ ਮੁੱਲ ਹੈ ਜਿਹੜਾ ਗੰਨੇ ਦਾ ਉਹ ਪਿਛਲੇ 3 ਕੁ ਸਾਲਾਂ ਤੋਂ ਇੱਕੋ ਹੀ ਚੱਲ ਰਿਹਾ, ਉਸ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ। ਦੂਸਰੇ ਸੂਬਿਆਂ ਵੱਲੋਂ ਕਈਆਂ ਵੱਲੋਂ ਕਰ ਦਿੱਤਾ ਗਿਆ ਤੇ ਮੰਗ ਕੀਤੀ ਜਾ ਰਹੀ ਹੈ ਕਿਸਾਨਾਂ ਵੱਲੋਂ ਕਿ ਹੁਣ ਇਸ ਦੇ ਸਮਰਥਨ ਮੁੱਲ ਦੇ ਵਿੱਚ ਵਾਧਾ ਕੀਤਾ ਜਾਵੇ। ਬਹੁਤ ਜ਼ਰੂਰੀ ਗੱਲ ਆ ਕਿ ਜਿਹੜੀਆਂ ਪਿਛਲੇ ਬਕਾਏ ਆ ਉਹ ਤੇ ਕਿਸਾਨਾਂ ਨੂੰ ਸਮੇਂ ਸਿਰ ਦਿੱਤੇ ਜਾਣ, ਉਹਨਾਂ ਨੂੰ ਕਿਸੇ ਨੇ ਵਿਆਜ ਤੇ ਦੇਣਾ ਨਹੀਂ ਉਹਦੇ ਤੇ। ਪਰ ਆਪਾਂ ਇਹ ਗੱਲ ਜਿਹੜੀ ਜਾਰੀ ਰੱਖਦੇ ਹਾਂ ਜੀ ਅਗਲੇ ਇੱਕ ਪ੍ਰੋਗਰਾਮ ਦੇ ਵਿੱਚ ਬ੍ਰੇਕ ਤੋਂ ਬਾਅਦ। ਜੀ ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਕੁਝ ਵਕਫੇ ਤੱਕ। ਵਾਪਸੀ ਕਰਦੇ ਹਾਂ ਜੀ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਅਸੀਂ ਗੱਲ ਕਰ ਰਹੇ ਸੀ ਕਿਸਾਨਾਂ ਦੀ ਜਿਹੜੀ ਪਿਛਲੇ ਸਾਲਾਂ ਤੋਂ ਰੁਕੀ ਹੋਈ ਗੰਨੇ ਦੀ ਪੇਮੈਂਟ ਦੀ, ਤੇ ਉਹਦੇ ਬਾਰੇ ਕੀ ਹਾਲਾਤ ਨੇ? ਹਾਲਾਤ ਕੋਈ ਨਹੀਂ ਜੀ, ਸਰਕਾਰ ਵੱਲੋਂ ਕਦੇ ਕੋਈ ਛੋਟ ਹੀ ਨਹੀਂ ਦਿੱਤੀ ਗਈ ਜੀ। ਇੱਕ ਸੀਜ਼ਨ ਛੱਡ ਕੇ ਪਹਿਲਾਂ ਕਿਸਾਨਾਂ ਵੱਲੋਂ 25 ਰੁਪਏ ਪਰ ਕੁਇੰਟਲ ਦੇ ਹਿਸਾਬ ਨਾਲ ਕਿਸਾਨ ਜਿਹੜੇ ਕੋਲੋਂ ਪਾਈ ਗਈ ਸੀ। ਇਸ ਦੀਆਂ ਦੋ ਜਿਹੜੀਆਂ ਪ੍ਰਾਈਸਿਸ ਹੁੰਦੀਆਂ ਨੇ ਜੀ, ਇੱਕ ਹੁੰਦੀ ਹੈ FRP, ਫੇਅਰ ਐਂਡ ਰੀਨਿਮਰੇਟਿਵ ਪ੍ਰਾਈਸ, ਜੋ ਕੇਂਦਰ ਸਰਕਾਰ ਵੱਲੋਂ ਤੈਅ ਕੀਤੀ ਜਾਂਦੀ ਹੈ ਜੀ। ਮਤਲਬ ਫੇਅਰ, ਜਾਇਜ਼ ਜਾਂ ਲਾਹੇਬੰਦੀ ਜਾਂ ਫਾਇਦੇਮੰਦ, ਪੰਜਾਬੀ 'ਚ ਉਹਨੂੰ ਇਸ ਤਰ੍ਹਾਂ ਉਲਥਾ ਉਸਦਾ ਕਰ ਸਕਦੇ ਹਾਂ ਜੀ। FRP ਕਹਿ ਦਿੰਦਾ। ਇੱਕ ਹੁੰਦੀ ਹੈ SAP, ਸਟੇਟ ਐਡਵਾਈਜ਼ਰੀ ਪ੍ਰਾਈਸ ਜੀ, ਉਹ ਉਸ ਦੇ ਉੱਪਰ ਲਗਾਈ ਜਾਂਦੀ ਹੈ। ਉਹ 310 ਰੁਪਏ ਜਿਹੜੀ ਹੈ ਪਿਛਲੇ ਕਈ ਸੀਜ਼ਨਾਂ ਤੋਂ ਗੰਨੇ ਦੀ ਚੱਲ ਰਹੀ ਹੈ ਜੀ। ਜਦੋਂ ਜ਼ਿਆਦਾ ਇਸ ਦੀ ਗੰਨੇ ਦੀ ਫਸਲ ਵੱਡੀ ਜ਼ਿਆਦਾ ਹੋਵੇ ਤੇ ਖੰਡ ਦੀ ਜਿਹੜੀ ਹੈ ਮੰਗ ਘੱਟ ਹੋਵੇ ਜਾਂ ਰੇਟ ਘੱਟ ਹੋਵੇ ਮਾਰਕੀਟ ਵਿੱਚ, ਤੇ ਮਿੱਲਾਂ ਵੱਲੋਂ ਦਬਾਅ ਪਾ ਕੇ ਜਾਂ ਕਿਸਾਨਾਂ ਵੱਲੋਂ ਕਿ ਸਾਡੀ ਫਸਲ ਤੇ ਤੁਸੀਂ ਚੁੱਕਣੀ ਹੈ ਜੀ, ਉਹ ਸਰਕਾਰ ਫਿਰ ਕੁਝ ਹਿੱਸਾ ਪਾਉਂਦੀ ਹੈ। ਪ੍ਰਕਾਸ਼ ਸਿੰਘ ਬਾਦਲ ਦੇ ਟਾਈਮ ਤੇ ਇੱਕ ਵਾਰੀ 50 ਰੁਪਏ ਵੀ ਪਏ ਸਨ ਕੁਇੰਟਲ ਦੇ ਹਿਸਾਬ ਨਾਲ ਜੀ। ਕੈਪਟਨ ਅਮਰਿੰਦਰ ਸਿੰਘ ਨੇ 25 ਰੁਪਏ ਪਾਏ, ਉਹ ਥੋੜ੍ਹੇ ਕਰਕੇ ਕਿਸਾਨਾਂ ਨੂੰ ਦੇ ਰਹੇ ਨੇ ਜੀ। ਤੇ ਬਹੁਤ ਸਾਰੀਆਂ ਮਿੱਲਾਂ ਦਾ ਅਜੇ ਬਕਾਇਆ ਹੈ ਤੇ ਧਰਨੇ ਜਿਹੜੇ ਨੇ ਮਿੱਲਾਂ ਦੇ ਬਾਹਰ ਵੀ ਲੱਗੇ ਜੀ। ਧੂਰੀ ਦੇ ਇਲਾਕੇ ਦੇ ਵਿੱਚ ਰਿਪੋਰਟਾਂ ਸਾਹਮਣੇ ਆਏ ਕਿ ਬਹੁਤ ਲੰਬੇ ਸਮੇਂ ਤੋਂ ਕਿਸਾਨਾਂ ਦਾ ਪੈਸਾ ਜਿਹੜਾ ਮਿੱਲਾਂ ਦੇ ਵਿੱਚ ਡੱਕਿਆ ਹੋਇਆ। ਸਹਿਕਾਰੀ ਮਿੱਲਾਂ ਜਿਹੜੀਆਂ ਕੋਆਪਰੇਟਿਵ ਅਦਾਰਿਆਂ ਨੇ ਚਲਾਉਣੀਆਂ ਹੁੰਦੀਆਂ, ਉਹ ਸਰਕਾਰ ਉੱਥੇ ਚੌਧਰਪੁਣਾ ਦਾ ਪੂਰਾ ਰੱਖਦੀ ਹੈ ਕਿ ਉੱਥੇ ਅਹੁਦੇਦਾਰ ਆਪਣੀ ਮਰਜ਼ੀ ਦੇ ਲਵਾਉਣੇ ਨੇ ਪਾਰਟੀ ਦੇ, ਪਰ ਉਹਨਾਂ ਦਾ ਕੰਟਰੋਲ ਕੀ ਹੈ ਤੇ ਉਹ ਕਰਦੀਆਂ ਕੀ ਨੇ, ਇਸ ਬਾਰੇ ਸਰਕਾਰ ਆਮ ਤੌਰ ਤੇ ਸੁੱਤੀ ਹੋਈ ਹੁੰਦੀ ਹੈ। ਕਿਸਾਨਾਂ ਦੇ ਹੱਕ ਦੇ ਵਿੱਚ ਤੇ ਬਹੁਤ ਉਲਟ ਗੱਲ ਜਾਂਦੀ ਹੈ ਨਾ ਜੀ। ਅੱਜ ਤੁਸੀਂ ਫਸਲ ਵੇਚ ਦਿੱਤੀ ਆ, ਪੈਸੇ ਉਹਦੇ 2 ਸਾਲ ਵੀ ਨਹੀਂ ਮਿਲਦੇ, ਇਹਨਾਂ ਨੂੰ ਕਿਹੜਾ ਕਿਸੇ ਨੇ ਵਿਆਜ ਦੇਣਾ ਨੇ ਜੀ? ਕੋਈ ਵਿਆਜ ਨਹੀਂ। ਵਿਆਜ ਕੌਣ ਦਿੰਦਾ ਹੈ ਜੀ? ਤੇ ਉਹ ਆਪਣੀ ਕਿਸਾਨ ਤੇ ਇਹ ਕਹਿੰਦੇ ਨੇ ਕਿ ਅਖੀਰ ਇਹ ਵੀ ਹਾਲਾਤ ਆ ਜਾਂਦੇ ਨੇ ਕਿ ਚਲੋ ਆ ਨਹੀਂ ਤੇ ਇੰਨਾ ਹੀ ਦੇ ਦਿਓ। ਬਹੁਤ ਮਾੜੀ ਗੱਲ ਆ ਕਿਸਾਨੀ ਹੱਕਾਂ ਤੋਂ। ਸਰਕਾਰ ਗੱਲਾਂ ਤੇ ਬਹੁਤ ਕਰਦੀ ਆ ਕਿ ਇਦਾਂ ਹੋਣਾ ਚਾਹੀਦਾ, ਉੱਦਾਂ ਹੋਣਾ ਚਾਹੀਦਾ, ਕਿਸਾਨਾਂ ਦਾ ਅਸੀਂ ਬਹੁਤ ਫਾਇਦਾ ਕਰਾਂਗੇ, ਪਰ ਇਹ ਵੀ ਨਹੀਂ ਸੋਚਦੇ ਕਿ ਉਹਨਾਂ ਦੇ ਪਿਛਲੇ ਸਾਲਾਂ ਬੱਧੀ ਪੈਸੇ ਵੀ ਨਹੀਂ ਉਹਨੂੰ ਮਿਲਦੇ ਜੀ। ਅਸੀਂ ਗੱਲ ਕਰੀਏ ਜੀ ਅਗਲੀ ਗੱਲ ਦੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 100 ਸਾਲ ਹੋ ਗਏ ਨੇ ਤੇ ਉੱਥੇ ਜਸ਼ਨ ਮਨਾਏ ਜਾ ਰਹੇ ਨੇ, ਤੇ ਉਹ ਕਿਹੋ ਜਿਹੀ ਸਥਿਤੀ ਆ ਪੰਜਾਬ 'ਚ, ਤੇ ਕੀ ਲੇਖਾ ਜੋਖਾ ਆ 100 ਸਾਲ ਦਾ? ਲੇਖਾ ਜੋਖਾ 100 ਸਾਲ ਦਾ ਤੇ ਅੱਜ ਦੇ ਪ੍ਰੋਗਰਾਮ ਵਿੱਚ ਕਰਨਾ ਇੰਨਾ ਸੌਖਾ ਨਹੀਂ ਹੋਵੇਗਾ। ਫਿਰ ਕਰਾਂਗੇ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਓਪਰੀ ਝਾਤ ਇੱਕ ਜਿਹੜੀ ਹੈ ਜੀ, ਉਹ ਮਾਰਨ ਦਾ ਯਤਨ ਕਰਾਂਗੇ। ਇਤਿਹਾਸ ਸਾਡੇ ਬਹੁਤੇ ਦਰਸ਼ਕ ਜਾਣਦੇ ਨੇ ਔਰ ਜੁੜੇ ਹੋਏ ਇਸ ਦੇ ਨਾਲ। ਬਹੁਤ ਵੱਡੀ ਜਦੋਜਹਿਦ ਤੋਂ ਬਾਅਦ 1920 ਦੇ ਵਿੱਚ ਇਹ ਜਿਹੜਾ ਸੀ ਦਿਨ ਆਇਆ ਸੀ ਕਿ ਗੁਰਦੁਆਰਿਆਂ ਦਾ ਪ੍ਰਬੰਧ ਜਿਹੜਾ ਸੀ ਇੱਕ ਕਮੇਟੀ ਦੇ ਕੋਲ ਆਇਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ। ਤੇ ਉਸ ਨੂੰ ਬੜੇ ਜ਼ੋਰ ਸ਼ੋਰ ਨਾਲ ਚਲਾਉਣ ਦਾ ਯਤਨ ਕੀਤਾ ਤੇ ਬੜੇ ਨਾਮੀ ਗ੍ਰਾਮੀ ਲੋਕ ਇਸ ਦੇ ਵਿੱਚ ਜੁੜੇ ਜੀ, ਔਰ ਬਹੁਤ ਸਾਰੀਆਂ ਚੀਜ਼ਾਂ ਸੰਸਥਾਨ ਕਾਇਮ ਕੀਤੇ ਗਏ। ਬਹੁਤ ਸਾਰੇ ਸਕੂਲਾਂ ਨੂੰ, ਹਸਪਤਾਲਾਂ ਨੂੰ, ਯੂਨੀਵਰਸਿਟੀਆਂ ਨੂੰ ਇਹ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਪੋਰਟ ਕੀਤਾ ਜਾਂਦਾ ਜੀ। ਹੌਲੀ ਇਸ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਵੜਨਾ ਜਿਹੜਾ ਸੀ ਉਹ ਸ਼ੁਰੂ ਹੋ ਗਿਆ, ਔਰ ਇਹ ਅੱਜ ਤੋਂ ਨਹੀਂ ਹੋਇਆ। ਜੇ ਕਹਿ ਲਈਏ ਕਿ ਪਿਛਲੇ ਤਕਰੀਬਨ 50 ਕੁ ਸਾਲ ਤੋਂ ਇਸ ਤਰ੍ਹਾਂ ਜ਼ਿਆਦਾ ਇਸ ਦੇ ਵਿੱਚ ਜਿਹੜੇ ਰਾਜਨੀਤਿਕ ਲੋਕਾਂ ਦਾ ਪ੍ਰਭਾਵ ਜਿਹੜਾ ਸੀ ਪੈਣਾ ਸ਼ੁਰੂ ਹੋ ਗਿਆ ਜੀ। ਇੱਥੋਂ ਤੱਕ ਕਿ ਚਲੋ ਜੇ ਇਹ ਵੀ ਕਿ ਲੋਕ ਕਹਿੰਦੇ ਨੇ ਕਿ ਅਕਾਲੀ ਲਹਿਰ ਇਸ ਦੇ ਵਿੱਚੋਂ ਨਿਕਲੀ ਹੈ ਜਾਂ ਅਕਾਲੀਆਂ ਦਾ ਇਤਿਹਾਸ ਜਿਹੜਾ ਸ਼੍ਰੋਮਣੀ ਕਮੇਟੀ ਨਾਲ ਸੰਬੰਧਿਤ ਹੈ, ਠੀਕ ਹੈ, ਬਹੁਤ ਸਾਰੀਆਂ ਗੱਲਾਂ ਨੇ, ਆਪਾਂ ਉਸ ਵਿਸ਼ੇ ਵੱਲੋਂ ਅੱਜ ਨਹੀਂ ਜਾਂਦੇ। ਪਰ ਜਿਹੜੀਆਂ ਅਕਾਲੀ ਦਲ ਤੋਂ ਬਿਨਾਂ ਵੀ ਕੋਈ ਪਾਰਟੀਆਂ ਸਨ ਜਾਂ ਹਨ ਅੱਜ ਦੀ ਡੇਟ ਵਿੱਚ ਵੀ, ਉਹ ਵੀ ਇਸ ਦੇ ਵਿੱਚ ਆਪਣੀ ਦਖਲਅੰਦਾਜ਼ੀ ਚਾਹੁੰਦੇ ਨੇ ਕਿ ਕਿਸੇ ਨਾ ਕਿਸੇ ਤਰੀਕੇ ਕਿੱਧਰ ਨੂੰ ਹੋਇਆ ਜਾਵੇ ਤਾਂ ਕਿ ਪੰਜਾਬ ਦੀ ਗੱਦੀ ਤੇ ਕਾਬਜ਼ ਹੋਈਏ ਕਿਸੇ ਨਾ ਕਿਸੇ ਤਰੀਕੇ ਜੀ। ਸੋ ਇਹ ਮਿਕਸਅਪ ਜਿਹਾ ਬਣ ਗਿਆ। ਕਦੀ ਅਕਾਲੀ ਦਲ ਦੇ ਅਹੁਦੇਦਾਰ ਸ਼੍ਰੋਮਣੀ ਕਮੇਟੀ ਵਿੱਚ ਤੇ ਕਦੀ ਸ਼੍ਰੋਮਣੀ ਕਮੇਟੀ ਦੇ ਅਹੁਦੇਦਾਰ ਅਕਾਲੀ ਦਲ ਦੇ ਵਿੱਚ। ਲੋਕਾਂ ਨੂੰ ਬਹੁਤਾ ਪਤਾ ਨਹੀਂ ਲੱਗਾ ਇਸ ਗੱਲ ਦਾ, ਪਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਅਸਲ ਕਾਰਜ ਸੀ ਉਸ ਤੋਂ ਕਿਤੇ ਇਹ ਖੁੰਝਦੇ ਰਹੇ ਜੀ। ਜਿਵੇਂ ਕਿ ਪਿਛਲੇ ਦਿਨਾਂ ਦੇ ਵਿੱਚ ਆਪ ਜੀ ਨੇ ਸੁਣਿਆ ਹੋਵੇਗਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਗੁੰਮ ਹੋਣ ਦਾ ਮਸਲਾ ਸੀ, ਹੋਰ ਬਹੁਤ ਸਾਰੇ ਮਸਲੇ ਸਨ, ਛੋਟੇ ਮਸਲੇ ਜਿਹੜੇ ਸੀ ਉਸ ਨੂੰ ਵਧੀਆ ਤਰੀਕੇ ਨਾਲ ਹੈਂਡਲ ਨਹੀਂ ਕੀਤਾ ਗਿਆ ਜੀ। ਹੁਣ ਅੱਜ ਦੀ ਡੇਟ ਦੇ ਵਿੱਚ ਜਦੋਂ 100 ਸਾਲਾ ਜਸ਼ਨ ਮਨਾਏ ਜਾ ਰਹੇ ਨੇ ਤੇ ਅੰਮ੍ਰਿਤਸਰ ਵਿਖੇ ਵੱਡੇ ਜਸ਼ਨ ਨੇ, ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫ਼ਤਰ ਸ਼੍ਰੀ ਦਰਬਾਰ ਸਾਹਿਬ ਔਰ ਹੋਰ ਜਿਹੜੇ ਉਹ ਆਸ-ਪਾਸ ਦੇ ਇਮਾਰਤਾਂ ਨੇ ਉਹਨਾਂ ਨੂੰ ਸਜਾਇਆ ਗਿਆ, ਖੂਬਸੂਰਤੀ ਨਾਲ ਦੀਪਮਾਲਾ ਵੀ ਕੀਤੀ ਜਾਵੇਗੀ, ਹਾਰ ਸ਼ਿੰਗਾਰ ਵੀ ਕੀਤਾ ਗਿਆ ਜੀ। ਉਹ ਸਭ ਕੁਝ ਕੀਤਾ ਗਿਆ ਤੇ ਸ਼ਾਮ ਨੂੰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਵੱਡੇ ਸਮਾਗਮ ਹੋਣੇ ਨੇ, ਜਿੱਥੇ 3 ਸਟੇਜਾਂ ਇੱਕੋ ਜਗ੍ਹਾ ਦੀਆਂ। ਇੱਕ ਜਿਹੜੀ ਮੁੱਖ ਸਟੇਜ ਆ ਉਸ ਦੇ ਵਿੱਚ ਅਕਾਲੀ ਦਲ ਦੇ ਜਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ
ਮੁੱਖ ਗ੍ਰੰਥੀ ਜਾਂ ਹੋਰ ਲੋਕ ਜਿਹੜੇ ਹਨ, ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਉਹ ਬੈਠਣਗੇ। ਫਿਰ ਨਾਲ ਇੱਕ ਜਿਹੜੇ ਸਾਡੇ ਸੰਪਰਦਾਵਾਂ ਹਨ ਉਹਨਾਂ ਵਾਸਤੇ ਹੈ, ਜਾਂ ਫਿਰ ਹੋਰ ਲੋਕਾਂ ਦੇ ਵਾਸਤੇ ਜਿਹੜੀ ਸਟੇਜ ਹੈ ਉਹ ਲਾਈ ਗਈ ਹੈ। 3 ਸਟੇਜਾਂ ਲੱਗੀਆਂ ਹੋਈਆਂ ਨੇ। ਸੋ ਉੱਥੇ ਸਮਾਗਮ ਹੋਣਗੇ, ਗੁਰਮਤਿ ਸਮਾਗਮ ਵੀ ਹੋਣਗੇ, ਔਰ ਵਿਚਾਰ ਚਰਚਾ ਤੇ ਮੈਂ ਕਹਿ ਨਹੀਂ ਸਕਦਾ ਕਿ ਵਿਚਾਰਾਂ ਕੋਈ ਸ਼ਾਇਦ ਹੋਣ ਜਾਂ ਨਾ ਹੋਣ, ਇਹ ਜੇ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਉੱਥੇ ਕੀ ਹੁੰਦਾ। ਪਰ ਇਸ ਤੋਂ ਇਲਾਵਾ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਵੱਲੋਂ ਇਕੱਤਰ ਹੋ ਕੇ ਦਿਸ਼ਾ ਤੇ ਦਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਬਾਰੇ ਇਸ ਨਾਂ ਦੇ ਹੇਠ ਕੁਝ ਸੈਮੀਨਾਰ ਕਰਵਾਏ ਜਾ ਰਹੇ ਨੇ ਜੀ। ਔਰ ਕਈ ਜਗ੍ਹਾ ਤੇ ਸੈਮੀਨਾਰ ਹੋਏ ਨੇ ਜਿੱਥੇ ਬਹੁਤ ਕਈ ਮਾਣਯੋਗ ਸ਼ਖਸੀਅਤਾਂ, ਜਿਹਦੇ 'ਚ ਯੂਨੀਵਰਸਿਟੀਆਂ ਦੇ ਸਾਬਕਾ ਵਾਈਸ ਚਾਂਸਲਰ, ਪ੍ਰੋਫੈਸਰ, ਹੈੱਡ ਆਫ ਦੀ ਡਿਪਾਰਟਮੈਂਟ ਤੇ ਹੋਰ ਵਿਦਵਾਨ ਜਿਹੜੇ ਨੇ ਆਪਣੇ ਆਪਣੇ ਵਿਚਾਰ ਉਹਨਾਂ ਨੇ ਦਿੱਤੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਾਰਜ ਕਿਹੋ ਜਿਹਾ ਹੋਣਾ ਚਾਹੀਦਾ, ਬਿਲਕੁਲ ਇਤਿਹਾਸ ਨਾਲ ਜੋੜ ਕੇ ਆਉਣ ਵਾਲੇ ਸਾਲਾਂ ਦੇ ਲਈ ਕਿਵੇਂ ਇਸ ਨੂੰ ਜਿਹੜਾ ਅੱਗੇ ਤੋਰਨਾ ਚਾਹੀਦਾ, ਉਹ ਸਾਰੀਆਂ ਗੱਲਾਂ ਤੇ ਵਿਚਾਰ ਕੀਤਾ ਗਿਆ ਜੀ। ਇੱਕ ਗੱਲ ਜਿਹੜੀ ਉਸ ਵਿੱਚੋਂ ਉੱਭਰ ਕੇ ਇਹਨਾਂ ਸੈਮੀਨਾਰਾਂ ਦੇ ਵਿੱਚੋਂ ਸਭ ਤੋਂ ਵੱਧ ਸਾਹਮਣੇ ਆਉਂਦੀ ਹੈ, ਉਹ ਇਹੋ ਹੀ ਆਉਂਦੀ ਹੈ ਕਿ ਇਸ ਵਿੱਚੋਂ ਰਾਜਨੀਤਿਕ ਲੋਕਾਂ ਨੂੰ ਇਸ ਕੱਢ ਦੇਣਾ ਚਾਹੀਦਾ ਕਿਸੇ ਤਰੀਕੇ, ਜਾਂ ਉਹ ਨਿਕਲ ਜਾਣ ਤੇ ਚੰਗੀ ਗੱਲ ਹੈ। ਇਸ ਸੰਸਥਾ ਦੇ ਵਿੱਚ ਰਾਜਨੀਤਿਕ ਲੋਕਾਂ ਦਾ ਕੋਈ ਕੰਮ ਨਹੀਂ। ਇਹ ਗੱਲ ਬਾਰ-ਬਾਰ ਸਾਨੇ ਜੀ ਅਸੀਂ ਬਹੁਤ ਵਾਰ ਇਹ ਗੱਲ ਕਰਦੇ ਹਾਂ ਕਿ ਰਾਜਨੀਤੀ ਦਾ ਧਰਮ ਜ਼ਰੂਰ ਹੋਣਾ ਚਾਹੀਦਾ, ਪਰ ਧਰਮ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ। ਬਿਲਕੁਲ, ਬਹੁਤ ਵਧੀਆ ਤੁਸੀਂ ਗੱਲ ਆਖੀ ਹੈ ਜੀ। ਸੋ ਇਹ ਇੱਕ ਮੁੱਦਾ ਜਿਹੜਾ ਮੇਨ ਸਾਹਮਣੇ ਆਉਂਦਾ। ਪਰ ਕੀ ਇਹ ਸਮਾਗਮ ਖਤਮ ਹੋਣ ਤੋਂ ਬਾਅਦ ਤੇ ਜਿਹੜੇ 100 ਸਾਲ ਦਾ ਇਤਿਹਾਸ ਤੇ ਜਸ਼ਨ ਜਿਹੜੇ ਮਨਾਏ ਜਾ ਰਹੇ ਨੇ, ਇਹਨਾਂ ਤੋਂ ਬਾਅਦ ਕੀ ਇਸ ਗੱਲ ਤੇ ਕੋਈ ਡੂੰਘੀ ਵਿਚਾਰ ਹੋਵੇਗੀ, ਜਾਂ ਜਿਹੜੇ ਸੈਮੀਨਾਰ ਲੱਗ ਰਹੇ ਨੇ, ਜਾਂ ਇਹ ਸਾਰੇ ਲੋਕ ਜੋ ਉੱਥੇ ਵਿਚਾਰਾਂ ਦੇ ਰਹੇ ਨੇ? ਇੱਕ ਤੇ ਚੰਗੀ ਗੱਲ ਇਹ ਹੈ ਕਿ ਇੰਨੇ ਚਿੰਤਕ ਵਿਚਾਰਕ ਸਾਡੇ ਕੋਲ ਹਨ ਜੋ ਕੁਝ ਸੋਚ ਰਹੇ ਨੇ। ਅਸੀਂ ਤੇ ਬਹੁਤ ਛੋਟੀ ਬੁੱਧੀ ਵਾਲੇ ਹੋ ਸਕਦੇ ਹਾਂ ਲੋਕ, ਪਰ ਇਹ ਲੋਕ ਜਿਹੜੇ ਇਸ ਦੇ ਵਿੱਚ ਰਹੇ ਨੇ, ਇੰਨੇ ਲਰਨਡ ਲੋਕ ਨੇ, ਪੜ੍ਹੇ ਲਿਖੇ ਲੋਕ ਨੇ, ਇਹ ਸਾਰੇ ਲੋਕ ਅੱਗੇ ਆਉਣ ਤਾਂ ਕਿ ਇਹ ਕੁਝ ਵਧੀਆ ਤਰੀਕੇ ਨਾਲ ਸਵਾਰਿਆ ਜਾ ਸਕੇ। ਚੰਗੇ ਲੋਕ ਬਹੁਤ ਹਨ, ਮੇਰਾ ਅੱਜ ਵੀ ਇਹ ਜਿਹਾ ਮੰਨਣਾ ਹੈ, ਪਰ ਉਹਨਾਂ ਨੂੰ ਬਸ਼ਰਤੇ ਕਿ ਅੱਗੇ ਆਉਣ ਦਿੱਤਾ ਜਾਵੇ ਤੇ ਜਾਂ ਉਹ ਇੰਨੇ ਸਟਰੋਂਗ ਹੋ ਜਾਣ ਕਿ ਦੂਸਰਿਆਂ ਨੂੰ ਇੱਕ ਪਾਸੇ ਕਰ ਦੇਣ। ਕੁਲਦੀਪ ਜੀ, ਅਸੀਂ ਗੱਲ ਕਰਦੇ ਸੀ ਸ਼੍ਰੋਮਣੀ ਕਮੇਟੀ ਦੇ ਜਸ਼ਨਾਂ ਦੀ ਤੇ ਉਹਨਾਂ ਦੇ 100 ਸਾਲਾਂ ਦੀ, ਤੇ ਹੁਣ ਅਸੀਂ ਜਦੋਂ ਵਾਪਸ ਪੰਜਾਬ ਦੀ ਗੱਲ ਕਰੀਏ ਤੇ ਸਾਰੀਆਂ ਹੀ ਪੰਜਾਬ ਦੀਆਂ ਜਿਹੜੀਆਂ ਰਾਜਸੀ ਧਿਰਾਂ ਨੇ ਉਹਨਾਂ ਦਾ ਧਿਆਨ 2022 'ਚ ਹੋਣ ਵਾਲੀਆਂ ਪੰਜਾਬ ਦੀਆਂ ਇਲੈਕਸ਼ਨਸ ਤੇ ਕੇਂਦਰਿਤ ਹੋ ਗਿਆ। ਇਸ ਸਬੰਧ ਵਿੱਚ ਭਾਜਪਾ ਦੇ ਕੀ ਚਰਚੇ ਨੇ ਜੀ? ਭਾਜਪਾ ਵੱਲੋਂ ਪੈਰ ਪਸਾਰਨ ਦੇ ਯਤਨ ਕੀਤੇ ਜਾ ਰਹੇ ਨੇ ਜੀ, ਪਰ ਹਾਲ ਦੀ ਘੜੀ ਉਹ ਕੰਧ ਤੇ ਲਿਖਿਆ ਪੜ੍ਹ ਨਹੀਂ ਰਹੇ ਜੀ। ਕਿਸਾਨੀ ਅੰਦੋਲਨ ਚੱਲ ਰਿਹਾ, ਬਿਲਕੁਲ ਜੀ, ਤੇ ਸਾਰਿਆਂ ਨੂੰ ਪਤਾ ਹੈ ਕਿ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਦੇ ਘਰਾਂ ਮੂਹਰੇ ਵੀ ਕਿਸਾਨ ਬੈਠੇ ਹੋਏ ਨੇ ਧਰਨੇ ਲਾ ਕੇ, ਤੇ ਉਹਨਾਂ ਨੂੰ ਅਜੇ ਇੱਕ ਪੰਜਾਬ ਦੇ ਕਿਸਾਨ ਘੱਟੋ ਘੱਟ ਜਿਹੜਾ ਉਹ ਦੇਖਣਾ ਨਹੀਂ ਚਾਹੁੰਦੇ, ਚਾਹੇ ਉਹ ਕਿਸੇ ਵਰਗ ਨਾਲ ਵੀ ਸੰਬੰਧਿਤ ਹੋਣ ਜੀ। ਕਿਸਾਨ ਵਰਗ ਜਿਹੜਾ ਉਹ ਨਾਰਾਜ਼ ਹੈ ਤੇ ਓਵਰਆਲ ਸੈਂਟੀਮੈਂਟ ਜਿਹੜਾ ਹੈ ਭਾਜਪਾ ਦੇ ਅਗੇਂਸਟ ਹੈ ਪੰਜਾਬ ਦੇ ਵਿੱਚ ਘੱਟੋ ਘੱਟ ਜੀ। ਭਾਜਪਾ ਵੱਲੋਂ ਇਸ ਮੌਕੇ ਤੇ 2022 ਦੀਆਂ ਇਲੈਕਸ਼ਨਾਂ ਨੂੰ ਮੁੱਖ ਰੱਖ ਕੇ ਤੇ ਕਿਸਾਨ ਅੰਦੋਲਨ ਦੀ ਗੱਲ ਨਾ ਕਰਕੇ ਤਾਂ ਇਸ ਨੂੰ ਕਿਸੇ ਪਾਸੇ ਨਾ ਲਾ ਕੇ, ਜਾਂ ਪੰਜਾਬ ਦੇ ਉਹ ਭਾਜਪਾ ਆਗੂ ਜਿਨ੍ਹਾਂ ਨੂੰ ਅਜੇ ਤੱਕ ਮੋਹਰੇ ਕੀਤਾ ਗਿਆ, ਥਰੁਣ ਚੁੱਘ ਨੇ, ਜੇਪੀ ਨੱਡਾ ਨੇ, ਅਸ਼ਵਨੀ ਸ਼ਰਮਾ ਨੇ, ਇਹ 3 ਆਗੂਆਂ ਨੇ ਜਿਹੜੀ ਪਿੱਛੇ ਜੇ ਹਰਕਤ ਕੀਤੀ ਹੈ ਕਿ ਗਏ ਮੰਤਰੀ ਸਾਹਿਬ ਕੋਲ ਤੇ ਇਹ ਕਿਹਾ ਕਿ ਉਹ ਤੇ ਗੱਲਬਾਤ ਕਰਨ ਨੂੰ ਤਿਆਰ ਨੇ, ਸਭ ਕੁਝ ਠੀਕ ਹੈ ਤੇ ਕਿਸਾਨਾਂ ਨੂੰ ਅਕਲ ਸਮਝਣੀ ਚਾਹੀਦੀ ਹੈ, ਇਸ ਵਿੱਚ ਕੁਝ ਨਹੀਂ। ਫਿਰ ਤੁਸੀਂ ਗਏ ਕੀ ਕਰਨ ਸੋ ਜੀ? ਪੰਜਾਬ ਦੀ ਅਗਰ ਤੁਸੀਂ ਆਵਾਜ਼ ਨਹੀਂ ਬਣ ਸਕਦੇ ਤੇ ਪੰਜਾਬ ਦੀ ਗੱਲ ਕਰ ਨਹੀਂ ਸਕਦੇ, ਇੰਨੇ ਲੋਕ ਦੁਖੀ ਨੇ, ਤੇ ਤੁਸੀਂ ਫਿਰ ਪੰਜਾਬ ਦੇ ਆਗੂ ਕਾਹਦੇ ਹੋਏ ਜੀ? ਸੋ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹ ਸੈਂਟੀਮੈਂਟ ਜਿਹੜਾ ਹੈ ਉਹ ਭਾਜਪਾ ਦੇ ਵਿਰੁੱਧ ਹੈ। ਪਰ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ 117 ਦੀਆਂ 17 ਸੀਟਾਂ ਅਸੀਂ ਲੜਨੀਆਂ ਨੇ। ਇਸ ਤੋਂ ਪਹਿਲਾਂ 23 ਕੁ ਸੀਟਾਂ ਤੇ ਉਹ ਚੋਣ ਲੜਦੇ ਹੁੰਦੇ ਸਨ, ਤੇ 3 ਕੁ ਸੀਟਾਂ ਜਿਹੜੀਆਂ ਲੋਕ ਸਭਾ ਦੀਆਂ ਉਹਨਾਂ ਨੂੰ ਮਿਲਦੀਆਂ ਹੁੰਦੀਆਂ ਸਨ ਜੀ, ਔਰ ਦੂਸਰੀਆਂ ਸੀਟਾਂ ਅਕਾਲੀ ਦਲ ਲੜਦਾ ਸੀ। ਹੁਣ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਕਿ ਸਾਰੀਆਂ ਸੀਟਾਂ ਅਸੀਂ ਲੜਨੀਆਂ ਨੇ, ਸਾਰੀਆਂ ਇਲੈਕਸ਼ਨਾਂ ਅਸੀਂ ਜਿਹੜੀਆਂ ਆਪਣੇ ਬਲਬੂਤੇ ਤੇ ਉਹ ਲੜਾਈ ਕਰਨ ਦਾ ਯਤਨ ਕਰਾਂਗੇ ਜੀ। 10 ਜ਼ਿਲ੍ਹਿਆਂ ਦੇ ਵਿੱਚ ਉਹਨਾਂ ਨੇ ਆਪਣੇ ਨਵੇਂ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ। ਉਹਨਾਂ ਦਫ਼ਤਰਾਂ 'ਚ ਕੀ ਹੋਵੇਗਾ? ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਰੀਬਨ 160 ਸਕੀਮਾਂ ਜਿਹੜੀਆਂ ਹਨ ਉਹ ਲੋਕਾਂ ਦੇ ਭਲੇ ਵਾਸਤੇ ਚਲਾਈਆਂ ਇੰਨੇ ਸਮੇਂ ਦੇ ਦਰਮਿਆਨ, ਤੇ ਜਿਹੜੇ ਲੋਕਾਂ ਨੇ ਉਸ ਸਕੀਮ ਦਾ ਫਾਇਦਾ ਲਿਆ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਤੇ ਉਹਨਾਂ ਨੂੰ ਦੱਸਾਂਗੇ ਕਿ ਨਰਿੰਦਰ ਮੋਦੀ ਜੀ ਆਹ ਕਰ ਰਹੇ ਨੇ ਤੇ ਆਹ ਕਰਨਗੇ, ਤੇ ਤੁਸੀਂ ਸਾਡੀ ਮਦਦ ਕਰੋ ਤੇ ਭਾਜਪਾ ਦਾ ਸੰਗਠਨ ਜਿਹੜਾ ਹੈ ਉਹ ਮਜ਼ਬੂਤ ਕਰੋ। ਸੋ ਭਾਜਪਾ ਵੱਲੋਂ ਹੁਣ 10 ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦਫ਼ਤਰ ਖੋਲ੍ਹਣੇ, ਮੈਂ ਸਮਝਦਾ ਕਿ ਇੱਕ ਉਹਨਾਂ ਦਾ ਇਲੈਕਸ਼ਨ ਦਾ ਇੱਕ ਸਿਸਟਮ ਦਾ ਇੱਕ ਤੇ ਹੋ ਸਕਦਾ, ਪਰ ਓਵਰਆਲ ਇੱਕ ਪੰਜਾਬ ਦੇ ਵਿੱਚ ਉਹਨਾਂ ਵਾਸਤੇ ਹਜੇ ਜਿਹੜਾ ਇਸ ਤਰ੍ਹਾਂ ਇਕੱਲੇ ਸਫ਼ਰ ਤੈਅ ਕਰਨਾ ਇਹ ਔਖਾ ਹੋਵੇਗਾ। ਉਹਨਾਂ ਵੱਲੋਂ ਕੋਸ਼ਿਸ਼ ਤੇ ਕੀਤੀ ਜਾ ਰਹੀ ਹੈ, ਪਰ ਮੈਂ ਸਮਝਦਾ ਕਿ ਹਾਲ ਦੀ ਘੜੀ ਹੋਏ ਅਜਿਹਾ ਨਾ ਕਰਕੇ ਕਿਸਾਨਾਂ ਦੇ ਮਸਲੇ ਨੂੰ ਸੁਲਝਾ ਕੇ ਉਸ ਵਿੱਚੋਂ ਕੋਈ 2 ਨੰਬਰ ਲੈ ਸਕਦੇ ਸਨ ਤੇ ਫਿਰ ਉਹ ਦਫ਼ਤਰ ਖੋਲ੍ਹਦੇ ਤਾਂ ਸ਼ਾਇਦ ਇਸ ਦਾ ਉਹਨਾਂ ਨੂੰ ਬਿਹਤਰ ਫਾਇਦਾ ਹੋ ਸਕਦਾ ਸੀ। ਬਿਲਕੁਲ, ਤੁਸੀਂ ਬਿਲਕੁਲ ਸਹੀ ਦੱਸਿਆ। ਜਿੱਦਾਂ ਅਸੀਂ ਪਹਿਲਾਂ ਗੱਲ ਕਰਦੇ ਸੀ ਕਿ ਉਹ ਜਦੋਂ ਉਹਨਾਂ ਕੋਲ ਮੰਤਰੀ ਸਾਹਿਬ ਕੋਲ ਪੰਜਾਬ ਦੇ ਐਮਪੀਜ਼ ਜਾਣਾ ਸੀ ਤੇ ਇਹ ਉਹਨਾਂ ਤੋਂ ਪਹਿਲਾਂ ਚਲੇ ਗਏ। ਚਾਹੀਦਾ ਤਾਂ ਇਹਨਾਂ ਨੂੰ ਇਹ ਸੀ ਕਿ ਪੰਜਾਬ ਦੀ ਗੱਲ ਰੱਖਦੇ, ਬਿਲਕੁਲ,
ਪਰ ਇੱਕ ਗੱਲ ਹੋਰ ਵੀ ਆ ਕਿ ਬੀਜੇਪੀ ਦੀ ਜਦੋਂ ਆਪਾਂ ਪਿਛਲੇ 10 ਸਾਲਾਂ ਦੀ ਗੱਲ ਕਰੀਏ ਜਾਂ 6-7 ਸਾਲ ਦੀ ਗੱਲ ਕਰੀਏ, ਮੋਦੀ ਸਾਹਿਬ ਦੇ ਕਾਰਜਕਾਲ ਦੌਰਾਨ ਇਹਨਾਂ ਨੇ ਸਾਰੇ ਭਾਰਤ ਵਿੱਚ ਸਭ ਤੋਂ ਵੱਧ ਦਫ਼ਤਰ ਖੋਲ੍ਹੇ ਨੇ ਤੇ ਬੜੇ ਹਾਈਟੈਕ ਦਫ਼ਤਰ ਖੋਲ੍ਹੇ ਨੇ। ਸੰਗਠਨਾਤਮਕ ਜਿਹੜਾ ਵਿਕਾਸ ਆ ਇਹ ਵੀ ਬਹੁਤ ਜ਼ਿਆਦਾ ਤਰੀਕੇ ਨਾਲ ਕਰਦੇ ਨੇ। ਪਰ ਪੰਜਾਬ 'ਚ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਇਹਨਾਂ ਦੇ ਹਾਲਾਤ ਕਿਹੋ ਜਿਹੇ ਰਹਿੰਦੇ ਨੇ ਕਿ ਉਹ ਜਿਹੜਾ ਸੰਗਠਨ ਦਾ ਪੰਜਾਬ ਦੇ ਅੰਕੜੇ ਅਮਰਤ ਜੀ ਬਿਲਕੁਲ ਵੱਖਰੇ ਨੇ, ਇਹਨਾਂ ਨੂੰ ਇਸ ਤਰ੍ਹਾਂ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਕਿਸਾਨੀ ਪ੍ਰਧਾਨ ਸੂਬਾ ਹੈ, ਖੇਤੀ ਇੱਥੇ ਮੁੱਖ ਕਿੱਤਾ ਹੈ ਤੇ ਖੇਤੀ ਵਾਲੇ ਸਭ ਤੋਂ ਵੱਧ ਔਖੇ ਨੇ ਭਾਜਪਾ ਤੋਂ ਇਸ ਵੇਲੇ, ਤੇ ਤੁਸੀਂ ਆਫਿਸ ਖੋਲ੍ਹਣ ਜਾ ਰਹੇ ਹੋ ਜੀ। ਔਰ ਇੰਟਰਸਟਿੰਗ ਹੋਵੇਗੀ ਸਿਚੁਏਸ਼ਨ ਕਿ ਅਗਲੇ 2-3 ਦਿਨਾਂ ਦੇ ਵਿੱਚ ਭਾਜਪਾ ਦੇ ਕੌਮੀ ਪ੍ਰਧਾਨ ਵੀ ਪੰਜਾਬ 'ਚ ਆ ਰਹੇ ਨੇ ਤੇ ਕਾਂਗਰਸ ਦੇ ਆਗੂ ਵੀ ਤੇ ਕਿਸਾਨ ਜਥੇਬੰਦੀਆਂ ਵੀ ਕਹਿ ਰਹੀਆਂ ਨੇ ਕਿ ਅਸੀਂ ਉਹਨਾਂ ਦਾ ਘਿਰਾਓ ਕਰਨਾ ਹੈ, ਤੇ ਫਿਰ ਵੀ ਉਹ ਦਫ਼ਤਰ ਖੋਲ੍ਹਣ ਹੀ ਆਉਂਦੇ ਨੇ। ਜੇ ਕੋਈ ਹੋਰ ਪਾਏਦਾਰ ਗੱਲ ਉਹ ਨਹੀਂ ਕਰਨ ਆਉਂਦੇ ਤੇ ਫਿਰ ਮੈਂ ਸਮਝਦਾ ਕਿ ਮਾੜੀ ਗੱਲ ਹੋਵੇ। ਉਹ ਕੋਈ ਬਹੁਤ ਚੰਗੀ ਸੂਝ ਦਾ ਪ੍ਰਦਰਸ਼ਨ ਨਹੀਂ ਕਰ ਰਿਹਾ ਪੰਜਾਬ ਦੇ ਵਿੱਚ, ਸਿਰਫ ਦਫ਼ਤਰ ਖੋਲ੍ਹਣ ਨਾਲ ਗੱਲ ਨਹੀਂ ਬਣੇਗੀ ਜੀ। ਕੁਲਦੀਪ ਜੀ, ਹੁਣ ਇੱਕ ਲਈਏ ਬ੍ਰੇਕ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ 'ਚ ਗੱਲ ਕਰਨੀ ਆ। ਭਾਜਪਾ ਨੇ ਇੱਕ ਹੋਰ ਸਟੇਟ ਦੇ ਵਿੱਚ ਫਿਰ ਸਰਕਾਰ ਬਣਾਈ ਹੈ ਜੀ। ਮਿਲਦੇ ਹਾਂ ਜੀ ਇੱਕ ਬ੍ਰੇਕ ਤੋਂ ਬਾਅਦ ਇਸੇ ਪ੍ਰੋਗਰਾਮ ਵਿੱਚ। ਆਪ ਸਭ ਦਾ ਸਵਾਗਤ ਹੈ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਵਿਚਾਰ ਚਰਚਾ ਵਿੱਚ। ਤੇ ਅਸੀਂ ਗੱਲ ਕਰਦੇ ਸੀ ਜੀ ਭਾਜਪਾ ਦੀ ਪੰਜਾਬ ਇਕਾਈ ਦੀ, ਤੇ ਪੰਜਾਬ ਭਾਜਪਾ ਤੋਂ ਬਾਹਰ ਜਾ ਕੇ ਅਸੀਂ ਦੇਖਿਆ ਬਿਹਾਰ ਦੇ ਵਿੱਚ ਭਾਜਪਾ ਨੇ JDU ਨਾਲ ਮਿਲ ਕੇ ਨਿਤਿਸ਼ ਕੁਮਾਰ ਜੀ ਨੂੰ 7ਵੀਂ ਵਾਰ ਮੁੱਖ ਮੰਤਰੀ ਬਣਾ ਦਿੱਤਾ। ਕੀ ਕੁਝ ਹੋਇਆ ਜੀ ਇਹਨਾਂ ਦੇ ਵਿੱਚ? ਬਹੁਤ ਕੁਝ ਹੋਇਆ ਜੀ। ਨਿਤਿਸ਼ ਕੁਮਾਰ 7ਵੀਂ ਵਾਰ ਬਣੇ ਨੇ, ਜਿਵੇਂ ਤੁਸੀਂ ਦੱਸ ਹੀ ਦਿੱਤਾ ਹੈ ਜੀ। 23ਵੇਂ ਮੁੱਖ ਮੰਤਰੀ ਨੇ ਬਿਹਾਰ ਦੇ ਜੀ, ਤੇ ਉਹਨਾਂ ਨੇ ਬੜੇ ਉਤਰਾਅ ਚੜਾਅ ਵੇਖੇ ਨੇ। ਬਿਲਕੁਲ। ਤੇ ਉਹਨਾਂ ਨੇ ਪਾਸੇ ਵੀ ਬਹੁਤ ਪਲਟੇ ਨੇ। ਵਾਜਪਾਈ ਸਾਹਿਬ ਦੇ ਨਾਲ ਉਹਨਾਂ ਦੀ ਬੜੀ ਗੂੜੀ ਸਾਂਝ ਸੀ ਜੀ। ਫਿਰ ਕੋਈ ਸਮਾਂ ਪਾ ਕੇ ਉਹ ਲਾਲੂ ਪ੍ਰਸਾਦ ਯਾਦਵ ਦੀ ਪਾਰਟੀ ਦੇ ਨਾਲ ਸਨ ਜੀ। 2014 ਦੇ ਵਿੱਚ ਜਦੋਂ ਮੁੱਖ ਮੰਤਰੀ ਸਨ ਬਿਹਾਰ ਦੇ, ਤਾਂ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ ਕਿ ਪਾਰਟੀ ਜਿਹੜੀ ਆ ਲੋਕ ਸਭਾ ਦੀਆਂ ਸੀਟਾਂ ਵਿੱਚ ਬਹੁਤ ਬੁਰਾ ਪ੍ਰਦਰਸ਼ਨ ਉਸਨੇ ਕੀਤਾ ਤੇ ਮੈਂ ਜ਼ਿੰਮੇਵਾਰੀ ਲੈਂਦਾ ਤੇ ਮੈਂ ਅਸਤੀਫਾ ਦਿੰਦਾ ਜੀ। ਔਰ ਅਸਤੀਫਾ ਦੇ ਦਿੱਤਾ। ਬਹੁਤ ਸਾਰੇ ਲੋਕਾਂ ਨੂੰ ਹੈਰਾਨਗੀ ਵੀ ਹੋਈ ਤੇ ਕਈਆਂ ਨੇ ਕਿਹਾ ਕਿ ਨਹੀਂ, ਇਹ ਸਿਰਫ ਇੱਕ ਸਟੰਟ ਹੈ, ਕੁਛ ਨਾ ਕੁਛ ਬਦਲੀ ਕੀਤਾ ਜਾਵੇਗਾ ਤੇ ਫਿਰ ਉਹ ਮੋਰੇ ਆ ਜਾਣਗੇ। ਜੀਤਨ ਰਾਮ ਮਾਂਝੀ ਜਿਹੜੇ ਸੀ ਉਹ ਉਸ ਵੇਲੇ ਮੁੱਖ ਮੰਤਰੀ ਬਣਾਏ ਤੇ ਫਿਰ ਉਹਨਾਂ ਨੂੰ ਇੱਕਦਮ ਖਿੱਚ ਕੇ ਪਾਸੇ ਕਰ ਦਿੱਤਾ ਗਿਆ। ਹਾਲਾਂਕਿ ਉਹਨਾਂ ਦਾ ਮੁੰਡਾ ਹੁਣ ਇਹਨਾਂ ਦੇ ਮੰਤਰੀ ਮੰਡਲ ਦੇ ਵਿੱਚ ਮੰਤਰੀ ਬਣਿਆ, ਜੀਤਨ ਰਾਮ ਮਾਂਝੀ ਦਾ ਜੀ। ਜਨਤਾ ਦਲ ਯੂਨਾਈਟਿਡ ਇਹਨਾਂ ਦੀ ਪਾਰਟੀ ਜਿਹੜੀ ਸੀ RJD ਦੇ ਨਾਲ ਸੰਬੰਧਿਤ ਸੀ ਜੀ। ਔਰ 2014 ਦੇ ਵਿੱਚ ਜ਼ਿੰਮੇਵਾਰੀ ਤਾਂ ਇਹ ਨਹੀਂ ਲਈ ਕਿ ਲੋਕ ਸਭਾ ਦੀਆਂ ਇਲੈਕਸ਼ਨਾਂ ਦੇ ਵਿੱਚ ਪਾਰਟੀ ਨੇ ਮਾੜਾ ਜਿਹੜਾ ਪ੍ਰਦਰਸ਼ਨ ਕੀਤਾ ਤੇ ਮੈਂ ਜ਼ਿੰਮੇਵਾਰੀ ਲੈਂਦਾ ਜੀ, ਤੇ ਸਾਥ ਛੱਡ ਦਿੱਤਾ RJD ਦਾ ਤੇ ਪੱਲਾ ਫੜ ਲਿਆ ਭਾਰਤੀ ਜਨਤਾ ਪਾਰਟੀ ਦਾ। ਪਰ ਇੱਥੇ ਇਹ ਦੱਸਣਾ ਬਣਦਾ ਹੈ ਕਿ ਇਹ ਉਹੀ ਨਿਤਿਸ਼ ਕੁਮਾਰ ਨੇ ਜਿਹੜੇ ਵਾਜਪਾਈ ਦੇ ਤਾਂ ਹੋਰ ਭਾਜਪਾ ਆਗੂਆਂ ਦੇ ਤਾਂ ਕਲੋਜ਼ ਸਨ, ਪਰ ਨਰਿੰਦਰ ਮੋਦੀ ਨੂੰ ਕਦੇ ਵੀ ਵੇਖਣਾ ਨਹੀਂ ਸੀ ਚਾਹੁੰਦੇ। ਉਹਨਾਂ ਨੇ ਗੱਲ ਸਪਸ਼ਟ ਤੌਰ ਤੇ ਆਖੀ ਸੀ ਇੱਕ ਵਾਰ ਕਿ ਜਿਹੜੇ ਮਰਜ਼ੀ ਹੋਰ ਭਾਜਪਾ ਦੇ ਆਗੂ ਜਦੋਂ ਸਾਡੀ ਸਾਂਝ ਇਹਨਾਂ ਨਾਲ ਪੈ ਗਈ ਹੈ ਉਹ ਇੱਥੇ ਪ੍ਰਚਾਰ ਕਰਨ ਆਉਣ, ਪਰ ਨਰਿੰਦਰ ਮੋਦੀ ਨਹੀਂ ਆ ਸਕਦੇ। ਉਹਨਾਂ ਦੇ ਮੂੰਹੋਂ ਕਹੀ ਹੋਈ ਗੱਲ ਹੈ। ਬਿਲਕੁਲ ਜੀ। ਇੰਨੇ ਖਰਾਬ ਸਨ। ਗੋਧਰਾ ਕਾਂਡ ਤੇ ਹੋਰ ਬਹੁਤ ਸਾਰੇ ਮਸਲਿਆਂ ਦੇ ਵਿੱਚ ਉਹ ਸਮਝਦੇ ਸਨ ਕਿ ਨਰਿੰਦਰ ਮੋਦੀ ਦਾ ਜਿਹੜਾ ਰੋਲ ਹੈ ਬਹੁਤਾ ਵਧੀਆ ਨਹੀਂ। ਉਦੋਂ ਇਹ ਵੀ ਕਿਹਾ ਜਾਂਦਾ ਸੀ ਕਿ ਇਹ ਖੁਦ ਪ੍ਰਧਾਨ ਮੰਤਰੀ ਪਦ ਦੇ ਉਮੀਦਵਾਰ ਬਣਨਾ ਚਾਹੁੰਦੇ ਨੇ। ਬਿਲਕੁਲ, ਉਹਨਾਂ ਦਾ ਨਾਮ ਆਇਆ ਜੀ। ਪਰ ਉਹ ਪਾਸੇ ਕਈ ਵਾਰ ਪਲਟੇ ਜੀ ਉਹਨਾਂ ਨੇ। 2017 ਦੇ ਵਿੱਚ 2014 ਦੇ ਵਿੱਚ ਉਹਨਾਂ ਨੇ ਨੈਤਿਕ ਜ਼ਿੰਮੇਵਾਰੀ ਲਈ। 2015 ਦੇ ਵਿੱਚ ਉਹਨਾਂ ਨੇ ਸਰਕਾਰ ਬਣਾਈ ਫਿਰ ਜੀ। ਤੇ 2017 ਦੇ ਵਿੱਚ ਲਾਲੂ ਪ੍ਰਸਾਦ ਯਾਦਵ ਨਾਲ ਮਤਭੇਦ ਹੋ ਗਏ, ਬਲਕਿ ਉਹਨਾਂ ਦੇ ਪਰਿਵਾਰ ਨਾਲ ਮਤਭੇਦ ਹੋ ਗਿਆ, ਪਾਰਟੀ ਨਾਲ ਹੋ ਗਏ ਜੀ। ਇਹਨਾਂ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਵਿੱਚ ਘਿਰੇ ਹੋਏ ਲੋਕ ਨੇ ਤੇ ਮੈਂ ਇਹਨਾਂ ਨਾਲ ਨਹੀਂ ਰਹਿਣਾ ਚਾਹੁੰਦਾ, ਅਸਤੀਫਾ ਦਿੱਤਾ ਤੇ ਕੁਝ ਸਮੇਂ ਬਾਅਦ ਹੀ ਛੇਤੀ ਭਾਜਪਾ ਦੇ ਨਾਲ ਮਿਲ ਕੇ ਜਿਹੜੀ ਸੀ ਭਾਜਪਾ ਦੀ ਮਦਦ ਨਾਲ ਸਰਕਾਰ ਬਣਾ ਲਈ ਜੀ। ਤਾਂ ਉਹਨਾਂ ਨੇ ਇਹ ਫਿਰ ਇਲੈਕਸ਼ਨ ਜਿਹੜੀ ਆ ਹੁਣ 2020 ਦੇ ਵਿੱਚ ਭਾਜਪਾ ਦੀ ਮਦਦ ਦੇ ਨਾਲ, ਮੈਂ ਇਹ ਨਹੀਂ ਕਹਿ ਸਕਦਾ ਕਿ ਉਹਨਾਂ ਨੇ ਜਿੱਤੀ ਹੈ। ਉਹਨਾਂ ਦੀ ਪਾਰਟੀ ਤੀਸਰੇ ਨੰਬਰ ਤੇ ਆਈ ਹੈ। ਸਭ ਤੋਂ ਵੱਡੀ ਪਾਰਟੀ ਤੇ ਰਾਸ਼ਟਰੀ ਜਨਤਾ ਦਲ ਸੀ, RJD ਸੀ, ਫਿਰ ਭਾਜਪਾ ਤੇ ਫਿਰ ਇਹਨਾਂ ਦੀ ਪਾਰਟੀ ਆਈ ਹੈ। ਔਰ ਹੁਣ ਇਹਨਾਂ ਨੇ, ਮੈਂ ਸਮਝਦਾ ਕਿ ਇਹਨਾਂ ਨੇ ਇਹ ਵੀ ਚੋਣਾਂ ਤੋਂ ਪਹਿਲਾਂ ਜੋ ਕਿਹਾ ਸੀ ਕਿ ਮੇਰੀ ਆਖਰੀ ਇਲੈਕਸ਼ਨ ਹੈ ਜੀ, ਬਾਅਦ ਵਿੱਚ ਅਸੀਂ ਤੇ ਹੱਸਦੇ ਸੌ ਕਿ ਇਹਨਾਂ ਨੇ ਸ਼ਾਇਦ ਬਾਅਦ ਵਿੱਚ ਮੁੱਕਰ ਜਾਣ, ਤੇ ਉਹਨਾਂ ਨੇ ਤੇ ਇਲੈਕਸ਼ਨਾਂ ਜਿੱਤਣ ਤੇ ਸਾਰੇ ਉਹਨਾਂ ਕਿਹਾ ਕਿ ਲੋਕਾਂ ਨੇ ਮੇਰੀ ਗੱਲ ਦਾ ਗਲਤ ਮਤਲਬ ਕੱਢ ਲਿਆ ਸੀ, ਮੈਂ ਤੇ ਕੁਝ ਹੋਰ ਆਖਿਆ ਸੀ ਜੀ। ਪਰ ਹੁਣ ਨਿਤਿਸ਼ ਕੁਮਾਰ ਜਿਹੜੇ ਨੇ ਫਿਰ ਮੁੱਖ ਮੰਤਰੀ ਦੀ ਉਹਨਾਂ ਨੇ ਸਹੁੰ ਚੁੱਕ ਲਈ ਹੈ। 2 ਡਿਪਟੀ ਚੀਫ ਮਿਨਿਸਟਰ ਜਿਹੜੇ ਨੇ ਉਹ ਭਾਜਪਾ ਦੇ ਉਹਨਾਂ ਦੇ ਨਾਲ ਜੋੜੇ ਗਏ ਨੇ, ਤੇ ਸੁਸ਼ੀਲ ਕੁਮਾਰ ਮੋਦੀ ਜਿਹੜੇ ਪਿਛਲੇ ਡਿਪਟੀ ਚੀਫ ਮਿਨਿਸਟਰ ਸਨ ਉਹਨਾਂ ਨੂੰ ਹਟਾ ਕੇ ਨਵੇਂ ਚਿਹਰੇ ਜਿਹੜੇ ਨੇ ਉਹ ਦਿੱਤੇ ਗਏ ਨੇ। ਸੋ ਨਿਤਿਸ਼ ਕੁਮਾਰ ਨੇ ਇੱਕ ਵਾਰ ਫਿਰ ਬਾਜ਼ੀ ਮਾਰੀ ਹੈ। ਤੀਸਰੇ ਨੰਬਰ ਤੇ ਆਉਣ ਦੇ ਬਾਵਜੂਦ ਜਿਹੜੇ ਸੀ ਉਹ ਮੁੱਖ ਮੰਤਰੀ ਬਣੇ ਨੇ। ਔਰ ਮੈਂ ਸਮਝਦਾ ਕਿ ਉਹਨਾਂ ਨੂੰ ਥੋੜ੍ਹੀ ਬਹੁਤੀ ਨੈਤਿਕ ਜ਼ਿੰਮੇਵਾਰੀ ਲੈਣ ਦੀ ਅਗਰ ਆਦਤ ਹੈ, ਜਾਂ ਵਾਕਿਆ ਹੀ ਉਹ ਨੈਤਿਕ ਹੀ ਜ਼ਿੰਮੇਵਾਰੀਆਂ ਸਨ ਜੋ ਪਿਛਲੇ ਸਮੇਂ 'ਚ ਉਹਨਾਂ ਨੇ ਲਈਆਂ ਸੀ, ਤੇ ਇਸ ਵਾਰੀ ਉਹਨਾਂ ਨੂੰ ਘੱਟੋ ਘੱਟ ਟਿਕਣਾ ਚਾਹੀਦਾ ਸੀ ਕਿ ਭਾਰਤੀ ਜਨਤਾ ਪਾਰਟੀ ਵਾਲੇ ਜਿਹੜਾ ਸੀ ਉਹ ਮੁੱਖ ਮੰਤਰੀ ਬਣਾ ਲੈਣ ਕਿਸੇ ਨੂੰ, ਅਗਰ ਸਾਡੀ ਉਹਨਾਂ ਨਾਲ ਹੀ ਸਾਂਝ ਹੈ। ਕਿਉਂਕਿ ਮੈਂ ਤੀਸਰੇ ਨੰਬਰ ਤੇ ਆਇਆ, ਇਸ ਕਰਕੇ ਮੈਂ ਸਰਕਾਰ ਨਹੀਂ ਬਣਾਉਣਾ ਚਾਹੁੰਦਾ। ਪਰ ਮੁੱਖ ਮੰਤਰੀ ਉਹ ਬਣੇ ਨੇ, ਪਰ ਆਲੇ ਦੁਆਲੇ ਘੇਰਾ ਉਹਨਾਂ ਦਾ ਜਿਹੜਾ ਹੈ ਉਹ ਵੱਡਾ ਕਰ ਦਿੱਤਾ ਗਿਆ ਹੈ ਬਹੁਤ ਸਾਰੇ ਲੋਕਾਂ ਦਾ। ਸੋ ਭਾਜਪਾ ਉੱਥੇ ਸਟਰੋਂਗ ਹੋਈ ਹੈ,
ਪਰ ਸਭ ਤੋਂ ਵੱਡੀ ਪਾਰਟੀ ਜਿਹੜੀ ਹੈ ਆਰਜੇਡੀ, ਉਹਨਾਂ ਵੱਲੋਂ ਇਤਰਾਜ਼ ਪ੍ਰਗਟ ਕੀਤੇ ਗਏ ਬਹੁਤ ਸਾਰੇ। ਉਹਨਾਂ ਨੇ ਕਿਹਾ ਕਿ ਇਹਨਾਂ ਨੂੰ ਨੈਤਿਕ ਆਧਾਰ ਤੇ ਸਰਕਾਰ ਨਹੀਂ ਬਣਾਉਣੀ ਚਾਹੀਦੀ ਸੀ ਜਾਂ ਉਹਨਾਂ ਨੂੰ ਸੱਦਾ ਵੀ ਨਹੀਂ ਜਾਣਾ ਚਾਹੀਦਾ ਸੀ ਤੇ ਉਹ ਇਸ ਸਹੁੰ ਚੁੱਕ ਸਮਾਗਮ ਦੇ ਵਿੱਚ ਸ਼ਾਮਲ ਵੀ ਨਹੀਂ ਹੋਏ। ਫਿਰ ਵੀ ਉਹਨਾਂ ਨੂੰ ਵਧਾਈ ਦਿੰਦੇ ਹੋਏ ਆਖਿਆ ਕਿ ਤੁਸੀਂ ਮੁੱਖ ਮੰਤਰੀ ਬਣੇ ਹੋ, ਇਹ ਆਪਣੇ ਆਪ ਦੇ ਵਿੱਚ ਇੱਕ ਚੰਗੀ ਗੱਲ ਹੈ। ਪਰ ਓਵਰਆਲ ਬਿਹਾਰ ਦੇ ਵਿੱਚ ਸਥਿਤੀ ਜਿਹੜੀ ਹੈ, ਇਸ ਦੇ ਬਾਰੇ ਬਹੁਤ ਸਾਰੇ ਲੋਕਾਂ ਨੇ ਕੁਝ ਗੱਲਾਂ ਕੀਤੀਆਂ ਨੇ। ਇਹਨਾਂ ਵਿੱਚੋਂ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੀ ਗੱਲ ਆਖੀ ਹੈ, ਉਹਨਾਂ ਨੇ ਕਿਹਾ ਕਿ ਇਹ ਇੱਥੇ ਹੁਣ ਇਹ ਉਹੀ ਇੱਕ ਹੰਬੇ ਹੋਏ ਜਿਸ ਵਿਅਕਤੀ ਕੋਲ ਨਵੇਂ ਆਈਡੀਆਜ਼ ਨਹੀਂ, ਉਸ ਨੂੰ ਝੱਲਣ ਵਾਸਤੇ ਬਿਹਾਰ ਦੇ ਲੋਕ 5 ਸਾਲ ਹੋਰ ਤਿਆਰ ਰਹਿਣ। ਜੀ, ਚਿਰਾਗ ਪਾਸਵਾਨ ਨੇ ਵੀ ਉਹਨਾਂ ਨੂੰ ਇੱਕ ਚਿੱਠੀ ਲਿਖ ਕੇ ਭੇਜਿਆ ਕਿ ਬਿਹਾਰ ਦੇ ਲੋਕ ਕੀ ਚਾਹੁੰਦੇ ਨੇ, ਤੁਸੀਂ ਇਹੋ ਜਿਹੇ ਕੰਮ ਕਰੋ। ਤੁਸੀਂ ਗੱਲ ਕੀਤੀ ਨੈਤਿਕਤਾ ਦੀ, ਤੇ ਨੈਤਿਕਤਾ ਤੇ ਇਹਨਾਂ ਲੋਕਾਂ ਕੋਲੇ ਚਲੋ ਖੈਰ ਲੋੜ ਤੋਂ ਵੱਧ ਹੁੰਦੀ ਹੈ, ਵਰਤਦੇ ਨਹੀਂ ਉਹ ਜੀ। ਤੇ ਅਸੀਂ ਗੱਲ ਕਰੀਏ ਭਾਜਪਾ ਦੀ ਹੀ, ਤਾਮਿਲਨਾਡੂ 'ਚ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਭਾਜਪਾ ਉੱਥੇ ਕਿਤੇ ਨਜ਼ਰ ਨਹੀਂ ਸੀ ਆਉਂਦੀ, ਉੱਥੇ DMK ਤੇ AIDMK ਹੀ ਹੁੰਦੀ ਸੀ। ਅੱਜ ਕੱਲ੍ਹ ਭਾਜਪਾ ਉੱਥੇ ਵੀ ਕਿਤੇ ਹਿਲਜੁਲ 'ਚ ਆ, ਤੇ ਕੀ ਹੋ ਰਿਹਾ ਜੀ ਭਾਜਪਾ ਤਾਮਿਲਨਾਡੂ 'ਚ? ਭਾਜਪਾ ਨਜ਼ਰ ਤੇ ਅਜੇ ਵੀ ਇੱਕ ਸੀਟ ਹੈ ਜੀ, AIADMK ਤੇ DMK ਜੀ। ਕਰੁਣਾਨਿਧੀ ਤੇ ਜੈ ਲਲਿਤਾ ਇਹ ਦੋ ਮੁੱਖ ਚਿਹਰੇ ਸਨ, ਬਿਲਕੁਲ, ਜੋ ਵਾਰੀ-ਵਾਰੀ ਜਿਵੇਂ ਪੰਜਾਬ ਵਾਂਗ ਕੈਪਟਨ ਅਮਰਿੰਦਰ ਸਿੰਘ ਤੇ ਪ੍ਰਕਾਸ਼ ਸਿੰਘ ਬਾਦਲ ਵਾਂਗ ਗੱਦੀਆਂ ਬਦਲਦੇ ਰਹੇ। ਬਿਲਕੁਲ, ਪਰ ਇਹਨਾਂ ਨੂੰ ਹੀ ਲੋਕਾਂ ਨੇ ਮੋਹਰੇ ਰੱਖਿਆ। ਭਾਜਪਾ ਜਾਂ ਕਾਂਗਰਸ ਹਾਲਾਂਕਿ ਉੱਥੇ ਸਹਾਇਕ ਪਾਰਟੀਆਂ ਵਜੋਂ ਉੱਭਰ ਕੇ ਸਾਹਮਣੇ ਸ਼ਾਇਦ ਆਈਆਂ ਹੋਣ, ਪਰ ਇਹਨਾਂ ਨੂੰ ਮੁੱਖ ਤੌਰ ਤੇ ਕਦੇ ਸੱਤਾ ਕਰਨ ਦਾ ਮੌਕਾ ਨਹੀਂ ਮਿਲਿਆ। ਬਿਲਕੁਲ, ਕਾਂਗਰਸ ਦੀਆਂ 7 ਕੁ ਸੀਟਾਂ ਨੇ ਅਗਰ ਮੈਂ ਗਲਤ ਨਹੀਂ, ਤੇ ਭਾਜਪਾ ਦੀ 1 ਸੀਟ ਹੈ ਵਿਧਾਨ ਸਭਾ ਦੇ ਵਿੱਚ ਜੀ। ਪਰ ਹੁਣ ਉੱਥੇ ਕਰੁਣਾਨਿਧੀ ਜਿਨ੍ਹਾਂ ਨੇ ਲੰਬਾ ਸਮਾਂ ਉਹਨਾਂ ਨੇ ਇਹ ਭਾਜਪਾ ਦੀ ਖਿਲਾਫ ਉਹਨਾਂ ਨੇ ਪ੍ਰਚਾਰ ਕੀਤਾ ਤੇ ਬਹੁਤ ਸਾਰੀਆਂ ਉਹਨਾਂ ਨੇ ਕੰਟਰੋਵਰਸ਼ੀਅਲ ਵਿਵਾਦਗ੍ਰਸਤ ਗੱਲਾਂ ਵੀ ਕੀਤੀਆਂ ਜੀ, ਜਿਸ ਦੇ ਬਾਰੇ ਭਾਜਪਾ ਬਾਰੇ ਥੋੜਾ ਬਹੁਤ ਤਾਂ ਬੋਲਦੇ ਰਹੇ, ਪਰ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਸਿੱਧਾ ਉਹਨਾਂ ਦੇ ਵਿਰੁੱਧ ਵੀ ਨਹੀਂ ਹੋ ਸਕੇ ਕਿਉਂਕਿ ਉਹਨਾਂ ਦਾ ਸਟਰੋਂਗ ਹੋਲਡ ਬਹੁਤ ਜ਼ਿਆਦਾ ਸੀ ਜੀ। ਇਹਨਾਂ ਨੇ ਇੱਥੋਂ ਤੱਕ ਇਹ ਵੀ ਆਖ ਦਿੱਤਾ ਕਿ ਜਦੋਂ ਸ਼੍ਰੀਲੰਕਾ ਨੂੰ ਰਾਮ ਸੇਤੂ ਬਣਾਉਣ ਦੀ ਗੱਲ ਹੋਈ ਸੀ ਕਿ ਜੇ ਭਗਵਾਨ ਰਾਮ ਨੇ ਇੱਕ ਪੁਲ ਬਣਾਇਆ ਹੋਇਆ ਸੀ ਸ਼੍ਰੀਲੰਕਾ ਨੂੰ ਜਾਣ ਵਾਸਤੇ, ਤੇ ਉਹਨਾਂ ਨੇ ਇੱਥੋਂ ਤੱਕ ਵੀ ਕਹਿ ਦਿੱਤਾ ਕਿ ਭਗਵਾਨ ਰਾਮ ਕਿਹੜਾ ਇੰਜੀਨੀਅਰ ਸਨ ਕਿ ਜਿਹੜਾ ਉਹਨਾਂ ਨੇ ਪੁਲ ਬਣਾਇਆ ਸੀ, ਇਹ ਪਤਾ ਨਹੀਂ ਕਿਹਨ ਬਣਾਇਆ ਜਾਂ ਹੈਗਾ ਜਾਂ ਨਹੀਂ ਵੀ। ਇਸ ਤਰ੍ਹਾਂ ਦੀਆਂ ਗੱਲਾਂ ਬਹੁਤ ਸਾਰੀਆਂ ਹੁੰਦੀਆਂ ਰਹੀਆਂ ਕਿਉਂਕਿ ਤਾਮਿਲ ਲੋਕਾਂ ਦਾ ਪ੍ਰਭਾਵ ਉੱਥੇ ਬਹੁਤ ਜ਼ਿਆਦਾ ਤਾਮਿਲਨਾਡੂ ਦੇ ਵਿੱਚ, ਤੇ ਉਹਨਾਂ ਦੇ ਹਿਸਾਬ ਨਾਲ ਗੱਲਬਾਤ ਉੱਥੇ ਕਰਨੀ ਪੈਂਦੀ ਹੈ ਜੀ। ਹੁਣ ਕਰੁਣਾਨਿਧੀ ਕਿਸ ਸੋਚ ਦੇ ਵਿਅਕਤੀ ਸਨ, ਇਸ ਸੋਚ ਦਾ ਅੰਦਾਜ਼ਾ ਉਹਨਾਂ ਦੇ ਇੱਕ ਗੱਲ ਤੋਂ ਲਾਇਆ ਜਾ ਸਕਦਾ ਕਿ ਉਹਨਾਂ ਦੇ ਬੇਟੇ ਦਾ ਨਾਮ ਸਟਾਲਿਨ ਹੈ ਜੀ, M ਸਟਾਲਿਨ ਉਸ ਨੂੰ ਕਹਿੰਦੇ ਨੇ। M ਸਟਾਲਿਨ ਇਸ ਵੇਲੇ ਉੱਥੇ ਆਪੋਜੀਸ਼ਨ ਦੇ ਆਗੂ ਨੇ, ਵਿਰੋਧੀ ਧਿਰ ਦੇ ਆਗੂ ਨੇ, ਲੀਡਰ ਨੇ। ਆਪੋਜੀਸ਼ਨ ਲੀਡਰ ਹੋਣ ਦੇ ਨਾਲ ਉਹਨਾਂ ਦਾ ਚੰਗਾ ਰੁਤਬਾ ਹੈ। ਹੁਣ ਆਪਣੇ ਬੇਟੇ ਦਾ ਨਾਮ, ਬੱਚੇ ਦਾ ਨਾਮ ਸਟਾਲਿਨ ਰੱਖਣਾ ਸਾਫ਼ ਦੱਸਦਾ ਹੈ ਕਿ ਵਿਅਕਤੀ ਦੀ ਕਿਸ ਤਰ੍ਹਾਂ ਦੀ ਮਾਨਸਿਕਤਾ ਹੈ ਜਾਂ ਕਿਸ ਸੋਚ ਤੋਂ ਪ੍ਰਭਾਵਿਤ ਉਹ ਹੋ ਸਕਦਾ ਹੈ। ਇਹ ਨਹੀਂ ਕਿ ਹੋਵੇਗਾ, ਹੋ ਸਕਦਾ ਹੈ। ਬਿਲਕੁਲ। ਹੁਣ ਉਹਨਾਂ ਦਾ ਇੱਕ ਬੇਟਾ ਹੈ ਅਲਾਗਰੀ ਦੀ ਇਹ ਗੱਲ ਸੀ ਕਿ ਉਹ ਥੋੜਾ ਜਿਹਾ ਆਪਣੇ ਭਰਾ ਨਾਲੋਂ ਵੱਖ ਹੋ ਕੇ, ਹਾਲਾਂਕਿ ਉਹ DMK ਦੇ ਵਿੱਚ ਹੀ ਸੀ, ਪਰ ਉਸਨੇ ਉਸ ਤੋਂ ਥੋੜਾ ਜਿਹਾ ਅਲੱਗ ਹੋ ਕੇ ਪਾਰਟੀ ਤੋਂ ਉਸਨੇ ਕੁਝ ਇਸ ਤਰ੍ਹਾਂ ਦੀਆਂ ਰੈਲੀਆਂ ਕੀਤੀਆਂ, ਪਰ ਜਿਸ ਤੋਂ ਬਾਅਦ ਉਹਨਾਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਕਰਕੇ ਪਾਰਟੀ ਚੋਂ ਕੱਢ ਦਿੱਤਾ ਗਿਆ ਤੇ ਹੁਣ ਭਾਜਪਾ ਜਿਹੜੀ ਆ ਉਸ ਵਿਅਕਤੀ ਨੂੰ ਕੁੰਡੀ ਪਾਉਣ ਦਾ ਯਤਨ ਕਰ ਰਹੀ ਹੈ ਤੇ DMK ਦੇ ਲੋਕ ਇਹ ਕਹਿ ਰਹੇ ਨੇ ਕਿ ਉਸ ਵਿਅਕਤੀ ਦਾ ਪ੍ਰਭਾਵ ਕੋ ਬਹੁਤ ਜ਼ਿਆਦਾ ਨਹੀਂ ਹੈ। ਸਟਾਲਿਨ ਹੀ ਸਭ ਤੋਂ ਮਜ਼ਬੂਤ ਜਿਹੜੇ ਨੇ DMK ਆਗੂ ਨੇ ਤੇ ਉਹਨਾਂ ਦੀ ਹੀ ਜ਼ਿਆਦਾ ਸੁਣੀ ਜਾਵੇਗੀ। ਸੋ ਭਾਜਪਾ ਵੱਲੋਂ ਉੱਥੇ ਪੈਰ ਪਸਾਰਨ ਹਿੱਤ ਜੀ ਉੱਥੇ ਕਰੁਣਾਨਿਧੀ ਦੇ ਬੇਟੇ ਨੂੰ ਜਿਹੜਾ ਹੈ ਕਾਬੂ ਕੀਤਾ ਜਾ ਰਿਹਾ ਤੇ ਉਸ ਦੀ ਮਦਦ ਕਰਕੇ ਉਸ ਨੂੰ ਪਾਰਟੀ ਬਦਲਾਈ ਜਾਵੇਗੀ, ਜਾਂ ਇੱਕ ਦੱਸਿਆ ਜਾ ਰਿਹਾ ਕਿ ਨਵੀਂ ਪਾਰਟੀ KDMK ਜਿਹੜੀ ਹੈ ਉਹ ਖੜੀ ਕੀਤੀ ਜਾ ਸਕਦੀ ਹੈ। ਸੋ ਇਸ ਤਰ੍ਹਾਂ ਦੀ ਪਾਰਟੀ ਇੱਕ ਨਵੀਂ ਬਣਾ ਕੇ ਤੇ ਭਾਜਪਾ ਉਹਨੂੰ ਮਦਦ ਕਰੇਗੀ ਤੇ ਫਿਰ ਸੀਟਾਂ ਵਧਾਉਣ ਦੇ ਯਤਨ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ। ਮੈਂ ਦੱਸ ਦੇਵਾਂ ਕਿ ਪੰਜਾਬ ਦੀ ਅਸੀਂ ਗੱਲ ਕਰ ਰਹੇ ਸਾਂ ਤੇ ਪੰਜਾਬ ਦੇ ਵਿੱਚ ਭਾਜਪਾ ਇਕੱਲੇ ਤੌਰ ਤੇ ਪੈਰ ਪਸਾਰਨ ਦੇ ਯਤਨ ਕਰ ਰਹੀ ਹੈ। ਅਜੇ ਇਹਨਾਂ ਦੇ ਨਾਲ ਕੋਈ ਰਾਜਸੀ ਪਾਰਟੀ ਚੱਲਣ ਨੂੰ ਤਿਆਰ ਨਹੀਂ ਜੀ। ਤੁਸੀਂ ਸਾਨੂੰ ਦੱਸਿਆ ਕਿ BJP ਪੰਜਾਬ ਵਿੱਚ ਤੇ ਇਕੱਲੀ ਲੜਨ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਤਾਮਿਲਨਾਡੂ ਦੇ ਵਿੱਚ ਇੱਕ ਪਰਿਵਾਰ ਨੂੰ ਪਾੜ ਕੇ ਫਿਰ ਉੱਥੇ ਕੁਝ ਹੋਰ ਨਵਾਂ ਕਰਨਾ। ਮੈਂ ਇਸ ਦੇ ਨਾਲ ਹੋਰ ਇੱਕ ਗੱਲ ਜੋੜ ਦੇਵਾਂ ਅਮਰਤ ਜੀ, ਪਿਛਲੇ ਦਿਨਾਂ ਵਿੱਚ ਨਰਿੰਦਰ ਮੋਦੀ ਜੀ ਨੇ ਇੱਕ ਬਿਆਨ ਦਿੱਤਾ ਸੀ। ਬਿਲਕੁਲ ਜੀ। ਉਹਨਾਂ ਨੇ ਕਿਹਾ ਕਿ ਪਰਿਵਾਰਵਾਦ ਜਿਹੜਾ ਹੈ ਇਸ ਡੈਮੋਕ੍ਰੇਸੀ ਲਈ ਇਹ ਬਹੁਤ ਖਤਰਨਾਕ ਲਫ਼ਜ਼ ਹੈ। ਖਤਰਨਾਕ ਲਫ਼ਜ਼ ਉਹਨਾਂ ਨੇ ਵਰਤਿਆ ਸੀ ਕਿ ਖਤਰਨਾਕ ਹੈ। ਬਿਲਕੁਲ। ਇਹ ਦੱਸ ਚੁੱਕੇ ਹਾਂ ਅਸੀਂ ਆਪਣੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਦੀ ਪਰਿਵਾਰਵਾਦ ਨਾਲ ਜੁੜੇ ਹੋਏ ਕਿਹੜੇ ਲੋਕਾਂ ਨਾਲ ਉਹਨਾਂ ਦੀ ਸਾਂਝ ਰਹੀ ਹੈ ਤੇ ਅੱਗੇ ਵੀ ਹੈ ਜੀ। ਅੱਜ ਵੀ ਜੇ ਗਿਣਾਉਣੇ ਹੋਣ ਤਾਂ ਮੇਰੇ ਖਿਆਲ ਉੱਤਰ ਭਾਰਤ ਤੋਂ ਸ਼ੁਰੂ ਹੋ ਕੇ ਤੇ ਦੱਖਣ ਤੱਕ ਜਾਂਦਿਆਂ ਦਾ ਬਹੁਤ ਸਾਰੀਆਂ ਪਰਿਵਾਰਵਾਦ ਦੀਆਂ ਇਹੋ ਜਿਹੀਆਂ ਉਦਾਹਰਨਾਂ ਹੋਣਗੀਆਂ ਰਾਜਨੀਤੀ ਵਿੱਚ ਜਿਨ੍ਹਾਂ ਨਾਲ ਭਾਜਪਾ ਦੀ ਸਾਂਝ ਰਹੀ ਹੈ ਤੇ ਅੱਗੇ ਵੀ ਹੋਣ ਦੇ ਪ੍ਰਭਾਵ ਬਣ ਰਹੇ ਨੇ, ਚਾਂਸ ਬਣ ਰਹੇ ਨੇ। ਸੋ ਇਹ ਰਾਜਨੀਤੀ ਵਿੱਚ ਕੋਈ ਵਿਅਕਤੀ ਕਿੱਧਰ ਨੂੰ ਕਿਹੜੇ ਵੇਲੇ ਮੋੜ ਕੱਟ ਜਾਵੇ ਜਾਂ ਕਿਹਦੀ ਲੋੜ ਪੈ ਜਾਵੇ, ਬਿਲਕੁਲ ਜੀ, ਹਰ ਇੱਕ ਨੂੰ ਜਿਹੜਾ ਨਾਲ ਲੈ ਕੇ ਚੱਲਣ ਵਾਲੀ ਗੱਲ ਜਿਹੜੀ ਹੈ ਨਾ ਉਹ ਭਾਜਪਾ ਨੇ ਚੰਗੀ ਤਰ੍ਹਾਂ ਪੜ੍ਹ ਲਈ ਹੈ। ਇਹ ਗੱਲ ਸ਼ੁਰੂ ਹੀ ਇਸ ਕਰਕੇ ਕੀਤੀ ਸੀ ਕਿ ਪਰਿਵਾਰਵਾਦ ਨੂੰ ਜਦੋਂ ਉਹ ਗੱਲ ਕਰਦੇ ਨੇ ਤੇ ਆਪ ਵੀ ਉਹ ਤੋਂ ਛੂਤੇ ਨਹੀਂ ਹੈਗੇ। ਬਿਲਕੁਲ ਨਹੀਂ। ਤਾਮਿਲਨਾਡੂ ਤੋਂ ਬਾਹਰ ਆ ਕੇ ਅਸੀਂ ਗੱਲ ਕਰੀਏ, ਪੰਜਾਬ ਦਾ ਇੱਕ ਹੀਰੋ ਆ ਮੁੰਡਾ, ਇੱਕ ਐਕਟਰ ਆ ਉਹ ਬੰਬੇ ਦੇ ਵਿੱਚ, ਤੇ ਉਹਨੂੰ ਭਾਰਤੀ ਚੋਣ ਕਮਿਸ਼ਨ ਨੇ ਕੋਈ ਜ਼ਿੰਮੇਵਾਰੀ ਦਿੱਤੀ, ਉਹਦੇ ਬਾਰੇ ਦੱਸੋ। ਭਾਰਤੀ ਚੋਣ ਕਮਿਸ਼ਨ ਨੇ ਉਸ ਨੂੰ ਸਟੇਟ ਵਾਸਤੇ, ਪੰਜਾਬ ਵਾਸਤੇ ਆਈਕਨ ਬਣਾਇਆ
ਜੀ ਲੋਕਾਂ ਨੂੰ ਦੱਸਿਆ ਜਾਵੇਗਾ ਵੋਟਾਂ ਬਾਰੇ, ਵੋਟਾਂ ਦੀ ਅਹਿਮੀਅਤ ਬਾਰੇ ਜਾਂ ਹੋਰ ਕੋਈ ਨਿਯਮਾਂ ਬਾਰੇ ਕਦੇ ਦੱਸਣਾ ਹੋਵੇ, ਕੁਛ ਹੋਵੇ ਤਾਂ ਇੱਕ ਕਿਸਮ ਦਾ ਉਸ ਨੂੰ ਕਹਿ ਸਕਦੇ ਹਾਂ ਕਿ ਸਟਾਰ ਪ੍ਰਚਾਰਕ, ਪਰ ਭਾਰਤੀ ਚੋਣ ਕਮਿਸ਼ਨ ਵਾਸਤੇ ਪ੍ਰਚਾਰਕ ਤੇ ਪਾਰਟੀਆਂ ਦੇ ਹੁੰਦੇ ਨੇ ਜਾਂ ਆਈਕਨ ਹੈ ਕਿ ਉਹ ਸਾਰੀ ਗੱਲ ਉਹ ਕਰਿਆ ਕਰਨਗੇ। ਹੁਣ ਸੋਨੂ ਸੂਦ ਜਿਹੜੇ ਕਿ UNO ਦਾ ਵੀ ਇੱਕ ਅਵਾਰਡ ਜਿੱਤ ਚੁੱਕੇ ਨੇ ਇਸ ਤਰ੍ਹਾਂ ਦਾ, ਜਿਹੜਾ ਉਹਨਾਂ ਨੇ ਸੋਸ਼ਲ ਕੰਮ ਕੀਤੇ ਨੇ, ਤੇ ਉਹਨਾਂ ਨੇ ਭਾਰਤ ਸਰਕਾਰ ਵੱਲੋਂ ਵੀ ਕੁਝ ਅਵਾਰਡ ਜਿੱਤੇ ਨੇ ਜੀ। ਤੇ ਉਹਨਾਂ ਬਾਰੇ ਇਹ ਕਿਹਾ ਜਾਣ ਲੱਗਾ ਸੀ ਸੋਨੂ ਸੂਦ ਦੇ ਬਾਰੇ ਕਿ ਇਹ ਕਿਸੇ ਵੱਡੀ ਪਾਰਟੀ ਨਾਲ ਜੁੜੇ ਹੋਏ ਵਿਅਕਤੀ ਨੇ ਤੇ ਉਹਨਾਂ ਦਾ ਪੈਸਾ ਇਸ ਨੂੰ ਆ ਰਿਹਾ, ਜਿਸ ਕਰਕੇ ਇਹ ਵਿਅਕਤੀ ਜਿਹੜਾ ਹੈ ਅੱਗੇ ਹੋ ਕੇ ਕੰਮ ਕਰ ਰਿਹਾ। ਇਸ ਗੱਲ ਦਾ ਬਾਰੇ ਜਾਂ ਤੇ ਉਹ ਵਿਅਕਤੀ ਜਾਣਦੇ ਹੋਣਗੇ ਜਿਨ੍ਹਾਂ ਨੇ ਗੱਲ ਕੀਤੀ ਹੈ, ਜਾਂ ਜਿਹੜੇ ਉਹਨੂੰ ਪੈਸੇ ਦਿੰਦੇ ਹੋਣਗੇ, ਜਾਂ ਸੋਨੂ ਸੂਦ ਜਾਣਦੇ ਹੋਣਗੇ, ਪਰ ਸਾਡੇ ਕੋਲ ਕੋਈ ਸਬੂਤ ਨਹੀਂ ਹੈ। ਹਾਲ ਦੀ ਘੜੀ ਅਸੀਂ ਸਿਰਫ ਉਸ ਦੇ ਕੀਤੇ ਹੋਏ ਕਾਰਜਾਂ ਨੂੰ ਉਹਨਾਂ ਦੀ ਪ੍ਰਸ਼ੰਸਾ ਕਰ ਸਕਦੇ ਹਾਂ, ਉਹਨਾਂ ਦੀ ਵਾਹ-ਵਾਹ ਕਰ ਸਕਦੇ ਹਾਂ। ਵਾਕਿਆ ਉਸਨੇ ਬਹੁਤ ਸੋਹਣੇ ਕੰਮ ਕੀਤੇ ਔਰ ਪੈਦਲ ਜਾ ਰਹੇ ਪ੍ਰਵਾਸੀ ਮਜ਼ਦੂਰਾਂ ਨੂੰ ਵੀ ਉਹਨਾਂ ਨੇ ਮਦਦ ਕੀਤੀ ਹੈ, ਗਰੀਬ ਲੋਕਾਂ ਨੂੰ ਰੋਟੀ ਪਾਣੀ ਦਾ ਵੀ ਉਹਨਾਂ ਨੇ ਜੁਗਾੜ ਕੀਤਾ। ਮੈਂ ਸਮਝਦਾ ਕਿ ਬਾਲੀਵੁੱਡ ਦੇ ਵਿੱਚੋਂ ਬਹੁਤ ਥੋੜੇ ਉਂਗਲਾਂ ਤੇ ਗਿਣਨ ਵਾਲੇ ਲੋਕ ਹੁੰਦੇ ਨੇ ਜਿਹੜੇ ਇਸ ਤਰ੍ਹਾਂ ਲੋਕ ਸੇਵਾ ਵਾਸਤੇ, ਲੋਕ ਕਾਰਜਾਂ ਵਾਸਤੇ, ਸਮਾਜ ਸੇਵਾ ਵਾਸਤੇ ਅੱਗੇ ਆਉਂਦੇ ਨੇ। ਤੇ ਸੋਨੂ ਸੂਦ ਆਏ ਨੇ ਤੇ ਉਹਨਾਂ ਨੂੰ ਪੰਜਾਬ ਦੇ ਵਿੱਚ ਇਲੈਕਸ਼ਨ ਕਮਿਸ਼ਨ ਵੱਲੋਂ ਸਟੇਟ ਦਾ ਆਈਕਨ ਬਣਾ ਕੇ ਪੇਸ਼ ਕਰਨਾ ਮੈਂ ਸਮਝਦਾ ਕਿ ਚੰਗੀ ਗੱਲ ਹੈ। ਇਸ ਨਾਲ ਨੌਜਵਾਨਾਂ ਤੇ ਪੰਜਾਬ ਦੇ ਲੋਕਾਂ ਤੇ ਚੰਗਾ ਪ੍ਰਭਾਵ ਜਿਹੜਾ ਪੈਣ ਦੀ ਸੰਭਾਵਨਾ ਹੈ। ਜੀ, ਉਹਨਾਂ ਨੇ ਬਤੌਰ ਐਕਟਰ ਵੀ ਚੰਗੀ ਜ਼ਿੰਮੇਵਾਰੀ ਨਿਭਾਈ ਆ ਤੇ ਬਤੌਰ ਸਮਾਜਿਕ ਤੌਰ ਤੇ ਵੀ ਉਹਨਾਂ ਨੇ ਕਰੋਨਾ ਦੌਰਾਨ ਵੀ ਆਪਣਾ ਚੰਗਾ ਕੰਮ ਕੀਤਾ। ਬਤੌਰ ਐਕਟਰ ਤੇ ਬਹੁਤ ਸਾਰੇ ਲੋਕ ਚੰਗੀ ਜ਼ਿੰਮੇਵਾਰੀਆਂ ਨਿਭਾ ਜਾਂਦੇ ਨੇ ਤੇ ਆਮ ਸਮਾਜ ਸੇਵਾ ਦੀ ਜਦੋਂ ਗੱਲ ਆਉਂਦੀ ਫੇਰ ਵੀ ਐਕਟਰ ਹੀ ਬਣੇ ਰਹਿੰਦੇ ਨੇ, ਫੇਰ ਵੀ ਉਹ ਜ਼ਿੰਮੇਵਾਰੀ ਨਹੀਂ ਨਿਭਾਉਂਦੇ। ਜੀ, ਤੇ ਹੁਣ ਉਹਨਾਂ ਨੂੰ ਇਸ ਕਰਕੇ ਹੀ ਦਿੱਤਾ ਗਿਆ ਕਿ ਉਹਨਾਂ ਦੀ ਜਿਹੜੀ ਛਵੀ ਆ ਬਹੁਤ ਵੱਡੀ ਹੋ ਗਈ ਹੈ ਤੇ ਸ਼ਾਇਦ ਲੋਕਾਂ ਨੂੰ ਵੋਟਾਂ ਪਾਉਣ ਲਈ ਜ਼ਿਆਦਾ ਪ੍ਰੇਰਿਤ ਕਰਨਗੇ। ਬਿਲਕੁਲ ਜੀ। ਕੁਲਦੀਪ ਜੀ, ਇਸ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਦਾ ਸਮਾਂ ਹੋ ਗਿਆ, ਮਿਲਦੇ ਹਾਂ ਜੀ ਇਸੇ ਪ੍ਰੋਗਰਾਮ ਵਿੱਚ ਇੱਕ ਬ੍ਰੇਕ ਤੋਂ ਬਾਅਦ। ਪ੍ਰੋਗਰਾਮ ਵਿਚਾਰ ਚਰਚਾ ਵਿੱਚ ਵੱਖਰੇ ਵੱਖਰੇ ਵਿਚਾਰਾਂ ਤੇ ਚਰਚਾ ਕਰਦੇ ਹੋਏ ਅਸੀਂ ਪ੍ਰੋਗਰਾਮ ਦੇ ਆਖਰੀ ਭਾਗ ਵਿੱਚ ਆ ਗਏ ਹਾਂ ਤੇ ਅਸੀਂ ਗੱਲ ਕਰਦੇ ਸੀਗੇ ਕਿ ਟਰੰਪ ਸਾਹਿਬ ਨਾਲ ਜਿਹੜਾ ਸੀਗਾ ਇਲੈਕਸ਼ਨ ਦੇ ਵਿੱਚ ਉਹ ਹਾਰ ਗਏ ਤੇ ਹੁਣ ਉਹਨਾਂ ਨੇ ਇਲੈਕਸ਼ਨ ਦੇ ਵਿੱਚ ਹਾਰ ਆਪਣੀ ਮੰਨੀ ਹਾਲੇ ਤੱਕ ਕਿ ਨਹੀਂ ਮੰਨੀ ਜੀ? ਹਾਰ ਮੰਨ ਲਈ ਹੈ ਜੀ। ਅੱਛਾ ਜੀ। ਟਵਿੱਟਰ ਤੇ ਉਹਨਾਂ ਨੇ ਇੱਕ ਟਵੀਟ ਕਰਕੇ ਇਹ ਕਿਹਾ ਕਿ ਜਿਹੜੀਆਂ ਵੋਟਾਂ ਪਈਆਂ ਨੇ, ਗਿਣਤੀ ਹੋਈ ਆ, ਉਸ ਹਿਸਾਬ ਨਾਲ ਜੋ ਬਾਈਡਨ ਜਿਹੜੇ ਨੇ ਉਹ ਚੋਣ ਜਿੱਤ ਗਏ ਨੇ। ਅੱਛਾ ਜੀ। ਇਹ ਵੀ ਨਹੀਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਕਿਤੇ ਵਧਾਈ ਹੈ ਜਾਂ ਕੁਝ ਵੀ ਹੈ, ਤੇ ਨਾਲ ਹੀ ਇਹ ਕਹਿ ਦਿੱਤਾ ਕਿ ਪਰ ਜਿਹੜਾ ਫਰਾਡ ਹੋਇਆ ਜਾਂ ਇਸ ਦੇ ਵਿੱਚ ਧਾਂਦਲੀ ਹੋਈ ਹੈ ਤੇ ਉਸ ਮੁਤਾਬਕ ਮੈਂ ਜਿੱਤਿਆ ਜੀ। ਸੋ ਪਤਾ ਨਹੀਂ ਇਹ ਕਿਹੋ ਜਿਹਾ ਉਹਨਾਂ ਨੇ ਮੰਨਿਆ, ਪਰ ਉਸ ਟਵੀਟ ਨੂੰ ਟਵਿੱਟਰ ਨੇ ਵੀ ਜਿਹੜਾ ਸੀ ਉਹ ਰੈੱਡ ਫਲੈਗ ਕਰ ਦਿੱਤਾ ਕਿ ਟਰੰਪ ਸਾਹਿਬ ਜੋ ਇਸ ਦੇ ਵਿੱਚ ਕਹਿ ਰਹੇ ਆ ਉਸ ਦੇ ਬਾਰੇ ਡਿਸਪਿਊਟ ਹੈ, ਅਸੀਂ ਇਸ ਦੇ ਨਾਲ ਸਹਿਮਤ ਨਹੀਂ ਹਾਂ। ਸੋ ਇਸ ਬਾਰੇ ਅਸੀਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਸੋ ਇਹ ਨਮੋਸ਼ੀ ਵਾਲੀ ਗੱਲ ਸੀ। ਹੁਣ ਟਰੰਪ ਜਿਨ੍ਹਾਂ ਦੇ ਬਾਰੇ ਬਹੁਤ ਸਾਰੀਆਂ ਗੱਲਾਂ ਹੋਈਆਂ, ਟਰੰਪ ਦੇ ਬਾਰੇ ਇਹ ਵੀ ਕਿਹਾ ਜਾਂਦਾ ਸੀ ਪਹਿਲਾਂ ਤੋਂ ਹੀ ਇਲੈਕਸ਼ਨਾਂ ਤੋਂ ਕਿ ਹੋ ਸਕਦਾ ਹੈ ਕਿ ਇਹਨਾਂ ਨੂੰ ਜਦੋਂ ਇਹ ਹਾਰ ਜਾਣ ਤੇ ਗੱਦੀ ਤੋਂ ਲਾਉਣ ਵਾਸਤੇ ਜਿਹੜਾ ਸੀ ਉਹ ਆਰਮੀ ਨੂੰ ਜਾਂ ਕਿਸੇ ਹੋਰ ਸਰਕਾਰੀ ਏਜੰਸੀ ਨੂੰ ਕੋਈ ਕਦਮ ਚੁੱਕਣਾ ਪਵੇ ਤਾਂ ਕਿ ਸਮੂਥ ਜਿਹੜੀ ਆ ਟ੍ਰਾਂਜੀਸ਼ਨ ਆਫ ਪਾਵਰ ਹੈ, ਟ੍ਰਾਂਸਫਰ ਆਫ ਪਾਵਰ ਹੈ ਜਿਹੜੀ ਆ ਉਹ ਹੋ ਸਕੇ। ਸੋ ਜੋ ਬਾਈਡਨ ਬਣੇ ਨੇ, ਜੋ ਬਾਈਡਨ ਕੁਝ ਹੋਰ ਤਰ੍ਹਾਂ ਦੇ ਵਿਅਕਤੀ ਨੇ। ਮੀਡੀਆ ਨਾਲ ਜਿਸ ਤਰ੍ਹਾਂ ਦਾ ਪਿਆਰ ਟਰੰਪ ਦਾ ਆਪਣੇ ਸਮੇਂ ਦੌਰਾਨ ਰਿਹਾ ਹੈ, ਉਸ ਦੀ ਇੱਕ ਉਦਾਹਰਨ ਮੈਂ ਜੋ ਬਾਈਡਨ ਦੀ ਮੈਂ ਆਪ ਜੀ ਨੂੰ ਦੇਣਾ ਚਾਹੁੰਦਾ। ਇੱਕ ਇੰਟਰਵਿਊ ਉਹਨਾਂ ਦੀ ਮੈਂ ਪਿੱਛੇ ਜਿਹੇ ਦੇਖੀ ਜਿਸ ਦੇ ਵਿੱਚ ਉਹਨਾਂ ਨੂੰ ਬੜੇ ਅਜੀਬੋ-ਗਰੀਬ ਸਵਾਲ ਪੁੱਛੇ ਗਏ। ਪਹਿਲਾ ਸਵਾਲ ਉਹਨਾਂ ਨੂੰ ਇਹ ਪੁੱਛਿਆ ਗਿਆ, ਸਵਾਲ ਤੇ ਹੋਰ ਵੀ ਸਨ, ਕਿ ਤੁਹਾਡੀ ਉਮਰ 78 ਸਾਲ ਦੀ ਹੈ ਤੇ ਤੁਸੀਂ ਅਮਰੀਕਾ ਦੇ ਬਣਨ ਵਾਲੇ, ਅਗਰ ਤੁਸੀਂ ਰਾਸ਼ਟਰਪਤੀ ਬਣਦੇ ਹੋ ਪਹਿਲਾਂ ਦੀ ਹੈ ਤੇ ਤੁਸੀਂ ਸਭ ਤੋਂ ਵਡੇਰੀ ਉਮਰ ਦੇ ਰਾਸ਼ਟਰਪਤੀ ਹੋਵੋਗੇ ਤੇ ਤੁਹਾਡੇ ਬਾਰੇ ਡੋਨਲਡ ਟਰੰਪ ਕਹਿੰਦੇ ਨੇ ਕਿ ਡਿਮੈਂਸ਼ੀਆ ਹੈ, ਇਸ ਦੀ ਯਾਦ ਸ਼ਕਤੀ ਜਿਹੜੀ ਹੈ ਬਹੁਤੀ ਵਧੀਆ ਨੇ। ਬੜੇ ਸਹਿਜ ਨਾਲ, ਬੜੇ ਨੁਕਤਿਆਂ ਦੇ ਨਾਲ, ਅੰਦਾਜ਼ ਦੇ ਨਾਲ ਉਹਨਾਂ ਨੇ ਆਪਣਾ ਜਵਾਬ ਜਿਹੜਾ ਸੀ ਉਹ ਦਿੱਤਾ ਜੋ ਬਾਈਡਨ ਨੇ। ਨਾਲ ਦੀ ਨਾਲ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ 78 ਸਾਲ ਤੁਹਾਡੀ ਉਮਰ ਹੈ, ਤੁਹਾਨੂੰ ਕੁਝ ਹੋ ਜਾਂਦਾ ਹੈ ਰਾਸ਼ਟਰਪਤੀ ਅਗਰ ਤੁਸੀਂ ਬਣ ਜਾਂਦੇ ਹੋ, ਤੇ ਜਿਹੜੀ ਵਾਈਸ ਪ੍ਰੈਜ਼ੀਡੈਂਟ ਬਣੇਗੀ ਕਮਲਾ ਹੈਰਿਸ, ਉਹਦੇ ਬਾਰੇ ਤੁਸੀਂ ਕੀ ਖਿਆਲ ਰੱਖਦੇ ਹੋ? ਕੋਈ ਇਸ ਕਾਬਲ ਹੈ ਕਿ ਉਹ ਜਿਹੜੀ ਗੱਦੀ ਆ ਸਾਂਭ ਸਕੇ? ਅੱਛਾ ਜੀ। ਸੋ ਬੜੇ ਉਹ ਵੀ ਠਰਮੇ ਨਾਲ, ਨੁਕਤਿਆਂ ਦੇ ਨਾਲ, ਪੁਆਇੰਟ ਬਾਏ ਪੁਆਇੰਟ ਦੱਸ ਕੇ ਕਿ ਉਸ ਵਿੱਚ ਆਹ ਖੂਬੀਆਂ ਨੇ ਤੇ ਮੈਨੂੰ ਪੂਰਾ ਯਕੀਨ ਆ ਕਿ ਉਹ ਇਸ ਦੇਸ਼ ਨੂੰ ਚਲਾਉਣ ਦੇ ਸਮਰੱਥ ਹੈ। ਹੁਣ ਇਮੈਜਿਨ ਕਰੋ ਕਿ ਇਹੋ ਜਿਹਾ ਸਵਾਲ ਸਾਡੇ ਦੇਸ਼ ਦੇ ਵਿੱਚ ਪੁੱਛੇ ਜਾਣ ਤੇ ਅਗਲੇ ਦਿਨ ਉਹ ਸਰਹੱਦ ਪਾਰ ਪਾਕਿਸਤਾਨ ਦੇ ਵਿੱਚ ਬੰਦਾ ਪਹੁੰਚਿਆ ਹੋਵੇ। ਹਾਂਜੀ। ਸੋ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਦਾ ਫਰਕ ਹੈ। ਡੋਨਲਡ ਟਰੰਪ ਨੇ ਧਾਂਦਲੀ ਦਾ ਫਿਰ ਜ਼ਿਕਰ ਕਰ ਦਿੱਤਾ, ਪਰ ਇਹ ਮੈਂ ਸਮਝਦਾ ਕਿ ਉਹਨਾਂ ਤੇ ਬਹੁਤ ਸਾਰੇ ਲੋਕਾਂ ਨੇ ਕਿੰਤੂ ਪ੍ਰੰਤੂ ਕੀਤਾ, ਇੱਥੋਂ ਤੱਕ ਕਿ ਉਹਨਾਂ ਦੇ ਪਾਰਟੀ ਦੇ ਲੋਕਾਂ ਨੇ ਵੀ ਉਹਨਾਂ ਨੂੰ ਕਿਹਾ ਕਿ ਤੁਸੀਂ ਹਾਰ ਗਏ ਹੋ ਤਾਂ ਤੁਸੀਂ ਹੁਣ ਪਾਸੇ ਹੋ ਜਾਵੋ ਚੁੱਪ ਚਪੀਤੇ, ਤੇ ਇਹ ਇੱਜ਼ਤ ਵਾਲੀ ਗੱਲ ਹੋਵੇਗੀ। ਲੋਕਤੰਤਰ ਜਿਹੜੀਆਂ ਪਰੰਪਰਾਵਾਂ ਹਨ ਅਮਰੀਕਾ ਦੀਆਂ ਬਹੁਤ ਪੁਰਾਣੀਆਂ ਨੇ, ਉਹਨਾਂ ਤੇ ਹਮਲਾ ਦੱਸਿਆ ਗਿਆ ਬਹੁਤ ਸਾਰੇ ਲੋਕਾਂ ਵੱਲੋਂ, ਔਰ ਬਹੁਤ ਬੁੱਧੀਜੀਵੀਆਂ ਨੇ ਵੀ ਉਹਨਾਂ ਨੂੰ ਕੋਸਿਆ ਕਿ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰੋ।
ਸਰਕਾਰ ਤੁਹਾਡੀ ਸਭ ਕੁਝ ਤੁਹਾਡਾ ਹੁੰਦੇ ਹੋਏ ਤੁਸੀਂ ਵੋਟਾਂ ਦੇ ਵਿੱਚ ਧਾਂਦਲੀ ਦੀ ਗੱਲ ਕਰਦੇ ਹੋ। ਇਹ ਸਾਡਾ ਇਲੈਕਟੋਰਲ ਜੋ ਪ੍ਰੋਸੈਸ ਹੈ ਉਹ ਕਨਫਿਊਜ਼ਿੰਗ ਜਾਂ ਲੰਬਾ ਜਾਂ ਕੁਝ ਵੀ ਹੋ ਸਕਦਾ ਹੈ, ਪਰ ਤੁਸੀਂ ਇਸ ਤੇ ਉਂਗਲੀ ਨਾ ਉਠਾਓ ਤੇ ਚੰਗੀ ਗੱਲ ਹੈ। ਸੋ ਉਹਨਾਂ ਨੇ ਹਾਰ ਮੰਨ ਲਈ ਜੀ। ਬਹੁਤ ਵਧੀਆ ਗੱਲ ਤੁਸੀਂ ਦੱਸੀ ਕਿ ਉੱਥੇ ਜਿਹੜਾ ਇਲੈਕਟੋਰਲ ਸਿਸਟਮ ਵੀ ਆ ਤੇ ਲੋਕਤੰਤਰ ਵੀ ਬੜਾ ਮਜ਼ਬੂਤ ਹੈ ਤੇ ਮੀਡੀਆ ਕਿਹੋ ਜਿਹੇ ਬੇਬਾਕ ਸਵਾਲ ਕਿਸੇ ਨੂੰ ਪੁੱਛ ਸਕਦੇ ਨੇ ਉਹਦੇ ਜੀਵਨ ਬਾਰੇ ਵੀ ਕਿ ਜੇ ਤੂੰ ਮਰ ਜਾਏ ਤੇ ਕੀ ਹੋਵੇਗਾ। ਬਿਲਕੁਲ। ਇੱਕ ਮੈਂ ਇਸ ਦੇ ਵਿੱਚ ਹੋਰ ਐਡ ਕਰ ਦੇਵਾਂ ਕਿ ਵਿਸਕੰਸਨ ਉਹਨਾਂ ਦਾ ਸੂਬਾ ਹੈ। ਵਿਸਕੰਸਨ ਦੇ ਵਿੱਚੋਂ ਟਰੰਪ ਹਾਰੇ ਨੇ ਤੇ ਉਹਨਾਂ ਨੇ ਵੋਟਾਂ ਦੀ ਗਿਣਤੀ ਦੁਬਾਰਾ ਕਰਾਉਣ ਲਈ ਉੱਥੇ ਗੱਲ ਆਖੀ ਸੀ ਜੀ। ਤੇ ਉੱਥੇ ਦਾ ਜੋ ਇਲੈਕਸ਼ਨ ਕਮਿਸ਼ਨ ਹੈ ਉਹਨਾਂ ਨੇ ਕਿਹਾ ਅਗਰ ਤੁਸੀਂ ਦੁਬਾਰਾ ਗਿਣਤੀ ਕਰਵਾਉਣੀ ਚਾਹੋ ਤੁਹਾਨੂੰ 8 ਮਿਲੀਅਨ ਦੇ ਲਾਗੇ US ਡਾਲਰ ਦੇਣੇ ਪੈਣਗੇ, ਇੰਨਾ ਖਰਚਾ ਹੋਵੇਗਾ। ਸੋ ਉਹ ਹੁਣ ਪਤਾ ਨਹੀਂ ਉਹਨਾਂ ਨੇ ਦੇਣਾ ਜਾਂ ਨਹੀਂ ਦੇਣਾ। ਜੀ ਕੁਲਦੀਪ ਜੀ, ਅਸੀਂ ਵਾਪਸ ਆਈਏ ਅਮਰੀਕਾ ਤੋਂ ਏਸ਼ੀਆ ਦੀ ਗੱਲ ਕਰੀਏ ਤੇ ਏਸ਼ੀਆ ਦੇ ਕੁਝ ਦੇਸ਼ਾਂ ਨੇ ਕੁਝ ਵਪਾਰਕ ਸਮਝੌਤਾ ਕੀਤਾ ਹੈ ਬੜਾ ਵੱਡਾ ਤੇ ਭਾਰਤ ਉਹਦੇ ਵਿੱਚ ਸ਼ਾਮਲ ਨਹੀਂ ਹੈਗਾ। ਇਹ ਕੀ ਹੈ ਜੀ ਇਹ ਸਾਰਾ? ਇਹ ਪੂਰੇ ਏਸ਼ੀਆ ਦੇ ਦੇਸ਼ ਨਹੀਂ ਜੀ, ਇਸ ਦੇ ਵਿੱਚ ਕਈ ਹੋਰ ਦੇਸ਼ ਵੀ ਸ਼ਾਮਲ ਹਨ, ਜਿਸ ਦੇ ਵਿੱਚ ਜਾਪਾਨ ਵੀ ਹੈ, ਆਸਟ੍ਰੇਲੀਆ, ਨਿਊਜ਼ੀਲੈਂਡ ਵੀ ਇਸ ਵਿੱਚ ਸ਼ਾਮਲ ਹੈ। ਤਕਰੀਬਨ 15 ਕੋ ਦੇਸ਼ ਨੇ ਜੀ। ਔਰ ਵੀਅਤਨਾਮ ਦੇ ਵਿੱਚ ਇਹ ਸਮਝੌਤੇ ਤੇ ਹਸਤਾਖਰ ਹੋਏ ਨੇ। ਵੀਅਤਨਾਮ ਦੇ ਵਿੱਚ ਇਹ ਸੰਮੇਲਨ ਚੱਲਿਆ ਜੀ ਔਰ ਇਸ ਦੇ ਵਿੱਚ ਤਕਰੀਬਨ 15 ਦੇਸ਼ਾਂ ਨੇ RECP ਰੀਜਨਲ ਇਕਨੋਮਿਕ ਕੰਪ੍ਰੀਹੈਂਸਿਵ ਪ੍ਰੋਸਪੈਰਿਟੀ ਇਸ ਦਾ ਨਾਮ ਹੈ ਜੀ। ਇਹ ਬਹੁਤ ਵੱਡਾ ਵਪਾਰਕ ਸਮਝੌਤਾ ਹੈ, ਇੱਥੋਂ ਤੱਕ ਕਿ ਕੈਨੇਡਾ, ਮੈਕਸੀਕੋ ਤੇ USA ਦੇ ਦਰਮਿਆਨ ਜੋ ਵਪਾਰਕ ਸਮਝੌਤਾ ਉਸ ਨਾਲੋਂ ਵੱਡਾ ਤੇ ਯੂਰਪੀਅਨ ਯੂਨੀਅਨ ਦੇ ਸਮਝੌਤੇ ਨਾਲੋਂ ਵੀ ਵੱਡਾ ਇਸ ਨੂੰ ਦੱਸਿਆ ਜਾ ਰਿਹਾ। ਅੱਛਾ ਜੀ। ਚਾਈਨਾ ਇਸ ਦਾ ਹੈੱਡ ਹੈ ਪਰ ਭਾਰਤ ਇਸ ਵਿੱਚੋਂ ਬਾਹਰ ਹੈ। ਚਾਈਨਾ ਇਸ ਦਾ ਹੈੱਡ ਹੈ ਤੇ ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਵੱਡੀ ਮੈਨੂਫੈਕਚਰਿੰਗ ਇੰਡਸਟਰੀ ਹੈ ਦੁਨੀਆ ਦੀ। ਤੇ ਇਹ ਵੀ ਦੱਸਿਆ ਜਾ ਰਿਹਾ ਕਿ ਇਸ ਵਿੱਚ ਜੋ ਦੇਸ਼ ਸ਼ਾਮਲ ਨੇ ਇਸ ਸਮਝੌਤੇ ਦੇ ਵਿੱਚ, ਦੱਖਣੀ ਕੋਰੀਆ ਵੀ ਹੈ, ਉੱਥੇ ਵੀ ਮੈਨੂਫੈਕਚਰਿੰਗ ਬਹੁਤ ਵੱਡੇ ਪੱਧਰ ਤੇ ਹੁੰਦੀ ਹੈ। ਇਲੈਕਟ੍ਰੋਨਿਕਸ ਤੇ ਆਟੋਮੋਬਾਈਲ ਬਹੁਤ ਵੱਡੇ ਖੇਤਰ ਨੇ। ਜਾਪਾਨ ਵੀ ਹੈ ਔਰ ਉਹਨਾਂ ਕਿਹਾ ਕਿ ਦੁਨੀਆ ਦੀ 30% ਦੀ ਮੈਨੂਫੈਕਚਰਿੰਗ ਇਹਨਾਂ ਮੁਲਕਾਂ ਦੇ ਵਿੱਚ ਹੁੰਦੀ ਹੈ। ਤੇ ਇਹ ਸਮਝੌਤਾ ਜਿਹੜਾ ਹੋਇਆ ਇਸ ਦੇ ਵਿੱਚ ਸੂਚੀ ਦਿੱਤੀ ਗਈ ਵਸਤਾਂ ਦੀ ਇੱਦਾਂ ਨਹੀਂ ਦਿੱਤੀ ਗਈ, ਪਰ ਖੁੱਲੇ ਪੱਧਰ ਤੇ ਇੱਕ ਵੱਡੀ ਕੈਟਾਗਰੀ ਦੇ ਕੇ ਇਹ ਦੱਸਿਆ ਗਿਆ ਕਿ ਇੰਨੀਆਂ ਵਸਤਾਂ ਤੋਂ ਹੁਣ ਦਰਾਮਦ ਡਿਊਟੀ ਜਿਹੜੀ ਹੈ, ਕਸਟਮ ਜਿਹੜੇ ਹਨ ਦੂਸਰੇ ਦੇਸ਼ਾਂ ਵਿੱਚ ਜਾਣ ਤੇ ਉਹ ਖਤਮ ਹੋ ਜਾਵੇਗੀ ਜੀ। ਭਾਰਤ ਸਰਕਾਰ ਪਹਿਲਾਂ ਇਸ ਗੱਲਬਾਤ ਦੇ ਵਿੱਚ ਸ਼ਾਮਲ ਸੀ ਜੀ, ਪਰ ਭਾਰਤ ਸਰਕਾਰ 1 ਸਾਲ ਪਹਿਲਾਂ ਇਸ ਸਮਝੌਤੇ ਦੇ ਵਿੱਚੋਂ ਇਹ ਕਹਿੰਦੇ ਹੋਏ ਬਾਹਰ ਹੋ ਗਏ ਕਿ ਸਾਡੇ ਹਿੱਤਾਂ ਦੀ ਰਾਖੀ ਇਸ ਦੇ ਨਾਲ ਨਹੀਂ ਹੋ ਰਹੀ, ਅਸੀਂ ਇਸ ਵਿੱਚੋਂ ਲਾਂਭੇ ਹੁੰਦੇ ਹਾਂ ਜੀ। ਚੰਗੀ ਗੱਲ ਇਹ ਹੈ ਕਿ ਅੱਜ ਵੀ ਇਹ ਜੋ ਸਮਝੌਤਾ ਹੋਇਆ ਔਰ ਉਹਨਾਂ ਨੇ ਗੱਲ ਆਖੀ ਹੈ ਸਮਝੌਤੇ ਤੋਂ ਬਾਅਦ ਕਿ ਭਾਰਤ ਭਾਵੇਂ ਹਾਲ ਦੀ ਘੜੀ ਸਾਡੇ ਨਾਲ ਸ਼ਾਮਲ ਨਹੀਂ ਹੈ, ਪਰ ਉਹਨਾਂ ਦੇ ਆਉਣ ਵਾਸਤੇ ਦਰਵਾਜ਼ੇ ਖੁੱਲੇ ਨੇ। ਅੱਛਾ ਜੀ। ਸੋ ਇਸ ਦਾ ਅਸਰ ਜਿਹੜਾ ਹੈ, ਇਸ ਆਰਥਿਕ ਮਾਹਰ ਇਸ ਸਮਝੌਤੇ ਨੂੰ ਦੁਨੀਆ ਦੇ ਵਿੱਚ ਚੀਨ ਦੇ ਦਬਦਬੇ ਨੂੰ ਵਜੋਂ ਇੱਕ ਉਦਾਹਰਨ ਵਜੋਂ ਦੇਖ ਰਹੇ ਆ ਜੀ। ਉਹਨਾਂ ਕਿਹਾ ਕਿ ਚੀਨ ਦਾ ਦਬਦਬਾ ਇੰਨਾ ਜ਼ਿਆਦਾ ਹੋ ਚੁੱਕਾ ਹੈ ਕਿ ਉਹ ਇਹੋ ਜਿਹੇ ਸਮਝੌਤਿਆਂ ਦੇ ਜ਼ਰੀਏ ਹੁਣ ਐਕਸਪੈਂਸ਼ਨ ਜਿਹੜੀ ਹੈ, ਐਕਸਪੈਂਡ ਜਿਹੜਾ ਉਹ ਕਰਨਾ ਚਾਹੁੰਦਾ ਹੈ ਤੇ ਭਾਰਤ ਅਜੇ ਤਿਆਰ ਨਹੀਂ ਹੈ। ਇਸ ਸਮਝੌਤੇ ਦੇ ਵਿੱਚ ਆਉਣ ਤੋਂ ਘਬਰਾ ਰਿਹਾ ਕਿ ਅਸੀਂ ਇਸ ਵਿੱਚ ਸ਼ਾਮਲ ਹੋਵਾਂਗੇ ਤੇ ਚੀਨ ਦੀਆਂ ਵਸਤਾਂ ਦੇ ਨਾਲ ਭਾਰਤ ਦਾ ਬਾਜ਼ਾਰ ਇੰਨਾ ਜ਼ਿਆਦਾ ਭਰ ਜਾਵੇਗਾ। ਭਾਰਤ ਸਰਕਾਰ ਦੇ ਕੁਝ ਮਾਹਿਰਾਂ ਦਾ ਇਹ ਵੀ ਕਹਿਣਾ ਹੈ, ਭਾਰਤ ਦੇ ਵਿੱਚ ਜੋ ਆਰਥਿਕ ਮਾਹਰ ਨੇ, ਕਿ ਅਗਰ ਇਹ ਸਮਝੌਤੇ ਵਿੱਚ ਭਾਰਤ ਆ ਜਾਂਦਾ ਹੈ ਤੇ ਚੀਨ ਤੋਂ ਇੰਨੀ ਸਸਤਾ ਸਮਾਨ ਜਿਹੜਾ ਭਾਰਤ ਦੇ ਬਾਜ਼ਾਰ ਦੇ ਵਿੱਚ ਆ ਜਾਵੇਗਾ ਜਿਸ ਨੂੰ ਝੱਲਣ ਦੇ ਸਮਰੱਥ ਜਾਂ ਉਸ ਦੇ ਬਰਾਬਰ ਸਮਾਨ ਪੈਦਾ ਕਰਨ ਦੇ ਸਮਰੱਥ ਸਾਡੇ ਲੋਕਲ ਇੰਡਸਟਰੀਅਲਿਸਟ ਨਹੀਂ ਹੋਣਗੇ, ਜਿਸ ਕਰਕੇ ਭਾਰਤ ਵਿੱਚ ਹੋਰ ਜ਼ਿਆਦਾ ਸਮੱਸਿਆ ਖੜੀ ਹੋ ਸਕਦੀ ਹੈ। ਸੋ ਹਾਲ ਦੀ ਘੜੀ ਅਸੀਂ ਇਸ ਸਮਝੌਤੇ ਵਿੱਚੋਂ ਬਾਹਰ ਹਾਂ। ਮੈਂ ਇਹੀ ਸੋਚ ਰਿਹਾ ਸੀ ਕਿ ਉਹਨਾਂ ਨੇ ਸਾਡੇ ਦਰਵਾਜ਼ੇ ਵੀ ਇਸ ਕਰਕੇ ਖੁੱਲ੍ਹੇ ਰੱਖੇ ਨੇ ਕਿ ਜੇ ਆ ਜਾਣਗੇ ਤੇ ਅਸੀਂ ਇਹਨਾਂ ਦੀ ਮੰਡੀ ਨੂੰ ਵੀ ਵਰਤ ਲਈਏ। ਬਿਲਕੁਲ ਜੀ। ਤੇ ਅਸੀਂ ਗੱਲ ਕਰਦੇ ਸੀ ਇਸੇ ਪ੍ਰੋਗਰਾਮ ਦੇ ਅਗਲੇ ਸਵਾਲ ਦੀ ਗੱਲ ਕਰੀਏ, ਕਰੋਨਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਤੇ ਬਹੁਤ ਸਾਰੀਆਂ ਕੰਪਨੀਆਂ ਦਾਅਵਾ ਕਰ ਰਹੀਆਂ ਕਿ ਸਾਡੀ ਦਵਾਈ ਚੰਗੀ ਹੈ ਤੇ ਸਾਡੀ ਦਵਾਈ ਚੰਗੀ ਹੈ। ਹੁਣ ਇਹਦੇ 'ਚ ਕੁਝ ਹੋਰ ਨਵੀਂ ਕੰਪਨੀ ਵੀ ਜੁੜੀ ਹੈ ਜੀ। ਫਾਈਜ਼ਰ ਕੰਪਨੀ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ 90% ਤੱਕ ਜਿਹੜੀ ਸਾਡੀ ਦਵਾਈ ਹੈ ਕਾਮਯਾਬ ਹੈ ਜੀ। ਹਾਲਾਂਕਿ ਰੂਸ ਨੇ ਬਹੁਤ ਪਹਿਲਾਂ ਸਪੂਤਨਿਕ ਨਾਂ ਦੀ ਦਵਾਈ ਜਿਹੜੀ ਸੀ ਉਹ ਕੱਢ ਦਿੱਤੀ ਸੀ, ਉਹ ਕਿੰਨੀ ਕਾਮਯਾਬ ਹੈ ਉਸ ਬਾਰੇ ਰੌਲਾ ਗੌਲਾ ਹੈ ਜੀ। ਔਰ ਹੁਣ ਮਾਡਰਨਾ ਨਾਂ ਦੀ ਜਿਹੜੀ ਕੰਪਨੀ ਹੈ 94% ਭਾਵ 95% ਉਹਨਾਂ ਨੇ ਕਿਹਾ ਕਿ ਸਾਡੀ ਦਵਾਈ ਜਿਹੜੀ ਹੈ ਇਹ ਟਰਾਇਲ ਦੇ ਵਿੱਚ ਕਾਮਯਾਬ ਹੋਈ ਹੈ ਜੀ। ਹੁਣ ਫਿਰ ਟਰੰਪ ਸਾਹਿਬ ਦਾ ਜ਼ਿਕਰ ਆਉਂਦਾ ਜੀ। ਡੋਨਾਲਡ ਟਰੰਪ ਨੇ ਫਾਈਜ਼ਰ ਨੇ ਜਦੋਂ ਕੁਝ ਦਿਨ ਪਹਿਲਾਂ ਕਿਹਾ ਸੀ ਕਿ 90% ਮਰੀਜ਼ਾਂ ਤੇ ਸਾਡੀ ਦਵਾਈ ਕਾਰਗਰ ਸਿੱਧ ਹੋਈ ਹੈ, ਜੇ ਸਹੀ ਕੰਮ ਕਰ ਰਹੀ ਹੈ, 90% ਕਾਮਯਾਬੀ ਰੇਟ ਹੈ ਇਹਦਾ, ਤੇ ਟਰੰਪ ਨੇ ਉਦੋਂ ਹੀ ਕਹਿ ਦਿੱਤਾ ਸੀ ਕਿ ਇਹ ਇਲੈਕਸ਼ਨਾਂ ਤੋਂ ਪਹਿਲਾਂ ਕਹਿ ਦਿੰਦੇ ਤੇ ਰਿਜ਼ਲਟ ਹੋਰ ਹੋਣੇ ਸੀ। ਇਹਨਾਂ ਨੇ ਜਾਣਬੁੱਝ ਕੇ ਲੇਟ ਕੀਤਾ ਤੇ ਇਲੈਕਸ਼ਨਾਂ ਤੋਂ ਬਾਅਦ ਜਿਹੜੀ ਇਹ ਗੱਲ ਕੀਤੀ ਹੈ, ਤੇ ਹੁਣ ਪਤਾ ਨਹੀਂ ਉਹ ਕੀ ਕਹਿਣਗੇ ਜੀ। ਇਸ ਤੋਂ ਇਲਾਵਾ ਆਕਸਫੋਰਡ ਵੱਲੋਂ ਵੀ ਟੀਕੇ ਦੀ ਤਿਆਰੀ ਕੀਤੀ ਜਾ ਰਹੀ ਹੈ ਤੇ ਜੌਨਸਨ ਐਂਡ ਜੌਨਸਨ ਵੱਲੋਂ ਆਖਰੀ ਟਰਾਇਲ ਦੇ ਵਿੱਚ ਲੋਕਾਂ ਦੇ ਜਿਹੜੇ ਆ ਉਹ ਟਰਾਇਲ ਹੈ ਜਿਹੜੇ ਉਹ ਕੀਤੇ ਜਾ ਰਹੇ ਨੇ, ਆਖਰੀ ਗੇੜ ਦੇ ਵਿੱਚ ਉਹ ਪਹੁੰਚ ਚੁੱਕੇ ਨੇ। ਸੋ ਜਲਦੀ ਹੀ ਬਹੁਤ ਸਾਰੇ ਟੀਕੇ ਜਿਹੜੇ ਨੇ ਮਾਰਕੀਟ ਵਿੱਚ ਆਉਣ ਵਾਲੇ ਨੇ ਜੀ। ਸੋ ਭਾਰਤ ਨੇ ਵੀ ਟੀਕੇ ਖਰੀਦਣ ਵਾਸਤੇ ਜ਼ੋਰ ਲਾਇਆ ਹੋਇਆ ਜੀ। ਟੀਕੇ ਨਰਿੰਦਰ ਮੋਦੀ ਜੀ ਨੇ ਇਹ ਵੀ ਕਿਹਾ ਸੀ ਕਿ ਭਾਰਤ ਦਾ ਟੀਕਾ ਵੀ ਜਲਦੀ ਆ ਜਾਵੇਗਾ, ਪਰ ਉਹਨਾਂ ਦੇ ਕਹਿਣ ਨਾਲੋਂ ਬਿਹਤਰ ਇਹ ਹੋਵੇਗਾ ਕਿ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ ਜੋ ਹੈ ICMR
ਉਹ ਕੋਈ ਇਹ ਗੱਲ ਕਰਦੇ ਜਾਂ ਉਹਨਾਂ ਦੇ ਅਧਿਕਾਰੀ ਇਹ ਗੱਲ ਕਰਨ ਜਾਂ ਕੋਈ ਡੈਡਲਾਈਨ ਦੇਣ ਕਿ ਆਹ ਇੱਕ ਟਾਈਮ ਫਰੇਮ ਹੈ, ਇਸ ਦੇ ਵਿੱਚ ਸਾਡਾ ਟੀਕਾ ਆਉਣ ਦੀ ਸੰਭਾਵਨਾ ਹੈ, ਜਾਂ ਅਪਡੇਟਸ ਦਿੱਤੀਆਂ ਜਾਣ ਕਿ ਸਾਡੇ ਇਸ ਜਗ੍ਹਾ ਤੇ ਟ੍ਰਾਇਲ ਚੱਲ ਰਹੇ ਨੇ ਤੇ ਅਸੀਂ ਆਹ ਕਰ ਰਹੇ ਹਾਂ, ਸ਼ਾਇਦ ਦਿੱਤੇ ਵੀ ਹੋਣ। ਪਰ ਇੱਕ ਵੇਗ ਜੀ ਗੱਲਬਾਤ ਹੈ। ਭਾਰਤ ਵਿੱਚ ਵੀ ਕੰਮ ਹੋ ਰਿਹਾ, ਸਾਇੰਸਦਾਨ ਕੰਮ ਕਰ ਰਹੇ ਨੇ, ਸਲੂਟ ਹੈ ਉਹਨਾਂ ਨੂੰ। ਪਰ ਇਹ ਦਵਾਈਆਂ ਜਦੋਂ ਹੁਣ ਇਹ ਕੰਪਨੀਆਂ ਤਿਆਰ ਕਰ ਲੈਣਗੀਆਂ ਤੇ ਇੰਨਾ ਕਾਮਯਾਬੀ ਦਰ ਉਹਨਾਂ ਦੀ ਹੈ, ਤੇ ਕੀ ਭਾਰਤ ਇਹਨਾਂ ਤੋਂ ਖਰੀਦੇਗਾ ਜਾਂ ਨਹੀਂ, ਇਸ ਬਾਰੇ ਨਰਿੰਦਰ ਮੋਦੀ ਨੇ ਜਾਂ ਕਿਸੇ ਹੋਰ ਨੇ ਅਜੇ ਤੱਕ ਕੁਝ ਨਹੀਂ ਦੱਸਿਆ। ਇੱਕ ਗੱਲ ਯਾਦ ਰੱਖਿਓ ਕਿ ਬਿਹਾਰ ਵਿੱਚ ਸਭ ਤੋਂ ਪਹਿਲਾਂ ਇਹ ਟੀਕਾ ਪਹੁੰਚਣਾ ਜੀ, ਫ੍ਰੀ ਵੀ ਲੱਗਣੇ ਆ। ਹਾਂਜੀ, ਇਹੋ ਹੀ ਦੱਸਿਆ ਗਿਆ, ਘੱਟੋ ਘੱਟ ਚੋਣ ਵਾਅਦੇ ਵਿੱਚ ਇਹੋ ਕਿਹਾ ਜੀ। ਮੈਂ ਉਹੀ ਗੱਲ, ਤੁਸੀਂ ਗੱਲ ਬੜੇ ਆਪ ਹੀ ਪਹਿਲਾਂ ਦੱਸੀ ਕਿ ਮੋਦੀ ਜੀ ਨਾਲੋਂ ਜੇ ICMR ਕੁਝ ਕਵੇ ਤੇ ਉਹ ਚੰਗੀ ਗੱਲ ਸੀ। ਤੇ ਇਹਦੇ ਨਾਲ ਇਹ ਵੀ ਦੱਸ ਦਿਓ ਕਿ ਕਰੋਨਾ ਦੀ ਸਥਿਤੀ ਕੀ ਹੈ ਜੀ ਅੱਜ ਦੀ ਡੇਟ 'ਚ? ਕਰੋਨਾ ਦੀ ਸਥਿਤੀ ਜਿਹੜੀ ਹੈ ਉਹ ਅੱਗੇ ਨਾਲੋਂ ਤਾਂ ਇੰਪਰੂਵ ਹੋਈ ਆ ਭਾਰਤ ਦੇ ਵਿੱਚ ਜੀ। ਦਿੱਲੀ ਨੂੰ ਛੱਡ ਕੇ ਪੂਰੇ ਭਾਰਤ ਦੇ ਵਿੱਚ ਕੇਸ ਜਿਹੜੇ ਨੇ ਉਹ ਕਾਫੀ ਸਟੇਬਲ ਜਾ ਰਹੇ ਨੇ। ਦਿੱਲੀ ਵਿੱਚ ਕਾਫੀ ਜ਼ਿਆਦਾ ਵਧੇ ਹੋਏ ਨੇ ਜੀ। ਹਾਲਾਂਕਿ 3-4 ਦਿਨ ਪਹਿਲਾਂ ਅਰਵਿੰਦ ਕੇਜਰੀਵਾਲ ਨੇ ਗੱਲ ਕਹੀ ਸੀ ਕਿ 4-5 ਦਿਨਾਂ ਦੀ ਗੱਲ ਹੈ, ਮੌਸਮ ਵਿੱਚ ਪੋਲੂਸ਼ਨ ਬਹੁਤ ਜ਼ਿਆਦਾ ਹੈ, ਹਵਾ ਦਾ ਪੱਧਰ ਜਿਹੜਾ ਹੈ ਬਹੁਤ ਖਰਾਬ ਹੈ, ਤੇ ਇਹ ਆਉਣ ਵਾਲੇ ਦਿਨਾਂ ਵਿੱਚ ਬਾਰਿਸ਼ ਹੋਣ ਦੀ ਉਮੀਦ ਹੈ। ਤੇ ਹੋ ਸਕਦਾ ਹੈ ਕਿ ਸਾਡਾ ਪੱਧਰ ਜਿਹੜਾ ਹੈ ਹਵਾ ਦਾ ਉਹ ਸੁਧਰ ਜਾਵੇ ਤੇ ਇਸ ਸਥਿਤੀ ਵਿੱਚ ਵੀ ਬਿਹਤਰੀ ਹੋਵੇ। ਪਰ ਅੱਜ ਦੀ ਇਹ ਪ੍ਰੋਗਰਾਮ ਰਿਕਾਰਡ ਕੀਤੇ ਜਾਣ ਤੱਕ ਦੀ ਖਬਰ ਹੈ ਕਿ ਉਹਨਾਂ ਨੇ ਲੈਫਟੀਨੈਂਟ ਗਵਰਨਰ ਨੂੰ, ਦਿੱਲੀ ਦੇ ਰਾਜਪਾਲ ਵੀ ਕਹਿ ਸਕਦੇ ਹਾਂ ਜੀ, ਉਹਨਾਂ ਨੂੰ ਇੱਕ ਪੱਤਰ ਲਿਖਿਆ ਕਿ ਸਾਨੂੰ ਪਰਮਿਸ਼ਨ ਲੈ ਕੇ ਦਿਓ ਸੈਂਟਰ ਗਵਰਨਮੈਂਟ ਤੋਂ ਕਿ ਅਸੀਂ ਲੋਕਡਾਊਨ ਦੁਬਾਰਾ ਦਿੱਲੀ ਦੇ ਵਿੱਚ ਲਾਉਣਾ ਹੈ। ਸੋ ਉਹਨਾਂ ਨੇ ਲੋਕਡਾਊਨ ਦੀ ਪਰਮਿਸ਼ਨ ਮੰਗੀ ਹੈ, ਕਿਉਂਕਿ ਸਿੱਧੇ ਤੌਰ ਤੇ ਕੇਂਦਰ ਸਰਕਾਰ ਦੀ ਮਰਜ਼ੀ ਤੋਂ ਬਿਨਾਂ ਲਾ ਨਹੀਂ ਸਕਦੇ। ਸੋ ਇਹ ਸਥਿਤੀ ਹੈ ਇਸ ਵੇਲੇ ਪੰਜਾਬ ਦੇ ਵਿੱਚ। ਕੇਸ ਜਿਹੜੇ ਨੇ ਕਾਫੀ ਦਿਨਾਂ ਤੋਂ ਸਟੇਬਲ ਨੇ, ਪਹਿਲੇ ਇੱਕਦਮ ਘਟ ਰਹੇ ਸੀ ਰੋਜ਼ ਦੇ ਰੋਜ਼, ਫਿਰ ਕੁਝ ਦਿਨ ਵਧੇ ਨੇ ਐਕਟਿਵ ਕੇਸਿਸ ਜਿਹੜੇ ਨੇ, ਫਿਰ ਹੁਣ ਇੱਕ ਸਟੇਬਲ ਜਿਹੀ ਸਥਿਤੀ ਜਿਹੜੀ ਹੈ ਉਹ ਪੰਜਾਬ ਦੇ ਵਿੱਚ ਚੱਲ ਰਹੀ ਹੈ। ਪਰ ਹਾਲਾਤ ਮੌਸਮ ਸਾਜ਼ਗਾਰ ਹੋਵੇ, ਪਰ ਸਿਆਲ ਵੀ ਆ ਰਿਹਾ, ਸਾਰੀਆਂ ਗੱਲਾਂ, ਤੇ ਦਵਾਈ ਵੀ ਕੋ ਆ ਜਾਵੇ ਤੇ ਇਸ ਦੇ ਨਾਲ ਸ਼ਾਇਦ ਕੋਈ ਹਾਲਾਤ ਜਿਹੜੇ ਨੇ ਬਿਹਤਰ ਹੋ ਸਕਣ। ਕਰੋਨਾ ਦੇ ਨਾਲ ਇੱਕ ਹੋਰ ਚੰਗੀ ਗੱਲ ਹੋਈ ਆ ਕਿ ਥੋੜੇ ਜਿਹੀ ਬਾਰਿਸ਼ ਨਾਲ ਹੀ ਜਿਹੜਾ ਸਾਰੇ ਭਾਰਤ ਦਾ ਪ੍ਰਦੂਸ਼ਣ ਦਾ ਲੈਵਲ ਸੀ, ਜਿਹਨੂੰ ਆਪਾਂ 에ਅਰ ਕੁਆਲਿਟੀ ਇੰਡੈਕਸ ਨਾਲ ਦੇਖਦੇ ਹਾਂ, ਉਹ ਬਹੁਤ ਠੀਕ ਹੋ ਗਿਆ। ਸਾਡੇ ਹੀ ਆਪਣੇ ਸ਼ਹਿਰ ਦੇ ਵਿੱਚ ਜਦੋਂ ਅਸੀਂ ਦੇਖਦੇ ਸੀ ਕੱਲ 300-350 ਸੀ, ਤੇ ਮੀਂਹ ਤੋਂ ਬਾਅਦ ਉਹੀ ਜਿਹੜਾ ਪੱਧਰ ਸੀਗਾ ਉਹ 50 ਦੇ ਨੇੜੇ ਤੇੜੇ ਦੇਖਿਆ ਗਿਆ। ਬਿਲਕੁਲ ਜੀ। ਪਰ ਜਿਵੇਂ ਅਸੀਂ ਕੁਦਰਤ ਤੇ ਬਹੁਤ ਜ਼ਿਆਦਾ ਡਿਪੈਂਡ ਕਰਦੇ ਹਾਂ, ਨਿਰਭਰ ਕਰਦੇ ਹਾਂ, ਪਰ ਸਾਡੀ ਆਪਣੀ ਕੋਸ਼ਿਸ਼ ਇਸ ਦੇ ਵਿੱਚ ਬਹੁਤ ਜ਼ਿਆਦਾ ਨਹੀਂ ਹੈ। ਇਹ ਗੱਲ ਚੇਤੇ ਰੱਖਣ ਵਾਲੀ ਹੈ ਜੀ। ਪਟਾਕਿਆਂ ਤੇ ਗੱਲ ਬਹੁਤ ਪੋਲਿਟਿਕਸ ਵੀ ਚੱਲੀ ਹੈ ਜੀ। NGTV ਨੇ ਵੀ ਕਿਹਾ, ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਕਿਤੇ ਪਾਬੰਦੀ ਲਾਤੀ, ਕਿਤੇ ਹਟਾ ਦਿੱਤੀ। ਉਹ ਸਾਰੀਆਂ ਹਾਸੋਹੀਣੀਆਂ ਗੱਲਾਂ ਜਾਪੀਆਂ। ਪਰ ਮੈਂ ਸਮਝਦਾ ਕਿ ਸਾਨੂੰ ਅਜੇ ਵੀ ਸਮਝ ਤੋਂ ਕੰਮ ਲੈਣਾ ਚਾਹੀਦਾ ਹੈ। ਬਾਰਿਸ਼ ਹੋਰ 1 ਮਹੀਨਾ ਕੋਈ ਹੋਰ ਬਾਰਿਸ਼ ਨਾ ਹੋਈ ਤਾਂ ਫਿਰ ਪੋਲੂਸ਼ਨ ਦਾ ਲੈਵਲ ਉੱਥੇ ਆ ਜਾਵੇਗਾ। ਸਾਡੇ ਹਾਲਾਤ ਜਿਉਂ ਦੇ ਤਿਉਂ ਹੋ ਜਾਂਦੇ ਆ ਕੁਝ ਦਿਨਾਂ ਦੇ ਵਿੱਚ ਜੀ। ਲੋਕਡਾਊਨ ਜਦੋਂ ਲੱਗਾ ਸੀ ਪੰਜਾਬ ਦੇ ਵਿੱਚ, ਤੇ ਕਿਵੇਂ ਹਿਮਾਲਿਆ ਦੀਆਂ ਪਹਾੜੀਆਂ ਇੱਥੋਂ ਦੇਖ ਰਹੇ ਸਨ ਲੋਕ, ਪਰ ਹਾਲਾਤ ਫਿਰ ਖਰਾਬ ਛੇਤੀ ਹੋ ਜਾਂਦੇ ਨੇ। ਮੈਂ ਸਮਝਦਾ ਕਿ ਸਾਨੂੰ ਅਜੇ ਵੀ ਸਮਝ ਕਰਨੀ ਚਾਹੀਦੀ ਹੈ। ਸਾਨੂੰ ਬਹੁਤ ਚੀਜ਼ਾਂ ਸਿੱਖਣ ਦੀ ਲੋੜ ਹੈ। ਕਰੋਨਾ ਨੇ ਸਾਨੂੰ ਬਹੁਤ ਕੁਝ ਸਿਖਾਇਆ ਜੀ, ਪਰ ਹੁਣ ਸਮੇਂ ਦੀ ਮੰਗ ਹੈ ਕਿ ਪ੍ਰੋਗਰਾਮ ਤੋਂ ਵਿਦਾ ਲਈ ਜਾਵੇ ਜੀ। ਇਸੇ ਪ੍ਰੋਗਰਾਮ ਵਿੱਚ ਅਗਲੀ ਵਾਰ ਮਿਲਾਂਗੇ ਜੀ ਕੁਝ ਹੋਰ ਵਿਚਾਰ ਲੈ ਕੇ। ਤਦ ਤੱਕ ਲਈ ਸਤਿ ਸ਼੍ਰੀ ਅਕਾਲ। Thank you.